ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਮੈਂ ਵਿਜੇ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ। ਗੱਲ ਪੰਜਾਬ ਦੀ ਸਿਆਸਤ ਦੀ ਕਰ ਲੋ ਜਾਂ ਪੰਜਾਬ ਦੀ ਕਿਸਾਨੀ ਦੀ ਕਰ ਲੋ, ਸਭ ਸੜਕਾਂ ਤੇ ਹੈ। ਮਸਲਾ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਦਾ ਹੈ। ਕੀ ਇਹਨਾਂ ਦਾ ਕੋਈ ਪੱਕਾ ਹੱਲ ਨਿਕਲੇਗਾ? ਕੀ ਕੇਂਦਰ ਸਰਕਾਰ ਝੁਕੇਗੀ, ਕੋਈ ਇਸ ਬਾਰੇ ਬੈਕਆਊਟ ਕਰੇਗੀ ਜਾਂ ਕੋਈ ਫੈਸਲਾ ਲਏਗੀ, ਜਾਂ ਫਿਰ ਪੰਜਾਬ ਸਰਕਾਰ ਤੇ ਜਿਸ ਤਰੀਕੇ ਨਾਲ ਹੁਣ ਖੇਤੀ ਕਾਨੂੰਨਾਂ ਨੂੰ ਜਾਂ ਉਹਨਾਂ ਦਾ ਬਦਲ ਜਾਂ ਉਹਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੋਈ ਮਤਾ ਜਾਂ ਆਰਡੀਨੈਂਸ ਜਾਂ ਕਾਨੂੰਨ ਲੈ ਕੇ ਆਉਣ ਦਾ ਦਬਾਅ ਹੈ, ਕਿ ਇਹ ਇਸ ਦਾ ਕੋਈ ਪੱਕਾ ਹੱਲ ਜਾਂ ਇਸ ਦਾ ਸਥਾਈ ਹੱਲ ਹੋਏਗਾ? ਇਸ ਤਰੀਕੇ ਦੇ ਬੜੇ ਸਾਰੇ ਸਵਾਲ ਨੇ। ਪੰਜਾਬ ਵਿਧਾਨ ਸਭਾ ਦਾ ਸੈਸ਼ਨ, ਸਾਡੇ ਨਾਲ ਮਹਿਮਾਨ ਜੁੜਨਗੇ ਔਰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਸੈਸ਼ਨ ਚੋਂ ਆਖਿਰਕਾਰ ਨਿਕਲੇਗਾ ਕੀ। ਪਹਿਲਾਂ ਇੱਕ ਰਿਪੋਰਟ ਉਸ ਤੇ ਨਜ਼ਰ ਪਾਉਣੀ। ਕਿਸੇ ਦਾ ਕਾਲਾ ਚੋਲਾ, ਗਲ ਦੇ ਵਿੱਚ ਤਖਤੀਆਂ, ਤਾਂ ਕਿਸੇ ਦਾ ਟਰੈਕਟਰ ਤੇ ਇਲਾਮ ਲਸ਼ਕਰ। ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਸ਼ੁਰੂਆਤ ਕੁਝ ਇਸ ਅੰਦਾਜ਼ ਦੇ ਵਿੱਚ ਹੋਈ, ਪਰ ਜਿਸ ਮਕਸਦ ਦੇ ਨਾਲ ਇਹ ਇਜਲਾਸ ਬੁਲਾਇਆ ਗਿਆ ਉਹ ਪਹਿਲੇ ਦਿਨ ਪੂਰਾ ਨਾ ਹੋ ਸਕਿਆ। ਇਜਲਾਸ ਦੇ ਵਿੱਚ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਕੋਈ ਬਿੱਲ ਪੇਸ਼ ਨਹੀਂ ਕੀਤਾ ਗਿਆ, ਕੋਈ ਚਰਚਾ ਨਹੀਂ ਹੋਈ। ਹੁਣ ਇਹ ਬਿੱਲ ਮੰਗਲਵਾਰ ਨੂੰ ਪੇਸ਼ ਕੀਤਾ ਜਾਏਗਾ, ਪਰ ਕਾਂਗਰਸ ਦਾ ਦਾਅਵਾ ਹੈ ਕਿ ਅਜਿਹਾ ਬਿੱਲ ਪੇਸ਼ ਕਰਾਂਗੇ ਜੋ ਕਿਸਾਨਾਂ ਦੇ ਹਿੱਤ ਵਿੱਚ ਹੋਵੇਗਾ। ਜਿਸ ਤਰ੍ਹਾਂ ਪੰਜਾਬ ਦੇ ਪਾਣੀ ਬਚਾਏ ਗਏ, ਠੀਕ ਉਸੇ ਤਰ੍ਹਾਂ ਕਿਸਾਨਾਂ ਦੇ ਹਿੱਤ ਬਚਾਵਾਂਗੇ। ਬੇਸਿਕਲੀ ਇਹ ਬਿੱਲ ਜਿਹੜਾ ਹੈਗਾ ਇਹ ਕੋਈ ਤਮਾਸ਼ਾ ਨਹੀਂ, ਇਹ ਪੰਜਾਬ ਦੇ ਕਿਸਾਨੀ ਦਾ ਜਿਹੜਾ ਖਰੜਾ ਤਿਆਰ ਹੋਣਾ। ਜਿਹੜੇ ਲੋਕਾਂ ਨੇ ਤੁਹਾਨੂੰ ਵੋਟਾਂ ਪਾ ਕੇ ਅੱਜ ਸਰਕਾਰ ਦੇ ਵਿੱਚ ਬਣਾਇਆ, ਉਹਨਾਂ ਦੇ ਪਿੱਠ ਪਿੱਛੇ ਖਲੋਣਾ, ਇਹੋ ਜਿਹੇ ਕਾਨੂੰਨ ਬਣਾਉਣਾ, ਚਾਹੇ ਸਾਨੂੰ ਸੈਂਟਰ ਦੇ ਕਾਨੂੰਨ ਰੱਦ ਕਰਕੇ ਸਾਰਾ ਕੁਝ ਕਰਨਾ ਪਏਗਾ, ਅਸੀਂ ਕਰਾਂਗੇ। ਬੜਾ ਕਲੀਅਰ ਕੱਟ ਹੈ, ਕਾਨੂੰਨ ਪੰਜਾਬ ਦੀ ਕਿਸਾਨੀ ਦੇ ਹੱਕ 'ਚ ਹੋਏਗਾ। ਔਰ ਜਿਹੜਾ ਐਕਟ ਬਣੇਗਾ ਇਹ ਲੋਕ ਯਾਦ ਕਰਨਗੇ ਵੀ ਜਿੱਦਾਂ ਪਾਣੀਆਂ ਦੇ ਉਦੋਂ ਰਾਖਾ ਬਣਿਆ ਸੀ ਕੈਪਟਨ ਅਮਰਿੰਦਰ ਸਿੰਘ, ਇਸ ਕਿਸਾਨੀ ਦੇ ਬਿੱਲਾਂ ਦਾ ਵੀ ਜਿਹੜਾ ਸਿਹਰਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ। ਪੰਜਾਬ ਸਰਕਾਰ ਕਿਸਾਨਾਂ ਦੇ ਹਿੱਤ ਵਿੱਚ ਮਜ਼ਬੂਤ ਬਿੱਲ ਲਿਆਉਣ ਦਾ ਦਾਅਵਾ ਕਰ ਰਹੀ ਹੈ, ਪਰ ਵਿਰੋਧੀ ਧਿਰਾਂ ਨੇ ਇਜਲਾਸ ਦੇ ਪਹਿਲੇ ਦਿਨ ਬਿੱਲ ਪੇਸ਼ ਨਾ ਕੀਤੇ ਜਾਣ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਅਤੇ ਸਰਕਾਰ ਦੀ ਮਨਸ਼ਾ ਤੇ ਸਵਾਲ ਚੁੱਕੇ। ਜੇ ਮਤਲਬ ਕਮਾਲ ਹੋ ਗਈ, ਜਿਹੜਾ ਮਹੀਨੇ 'ਚ ਨਹੀਂ ਤਿਆਰ ਹੋਇਆ ਮੇਰਾ ਵੀਰ, ਉਹ 2 ਦਿਨ 'ਚ ਕੀ ਤਿਆਰ ਹੋ ਜਾਣਾ ਇਹਨਾਂ ਤੋਂ। ਇਹ ਵੇਟ ਕਰ ਰਿਹਾ ਕਿ ਦਿੱਲੀੋਂ ਸਾਨੂੰ ਹਰੀ ਝੰਡੀ ਆਵੇ ਕਿ ਫਿਰ ਅਸੀਂ ਕਿਹੇ ਜਿਹਾ ਪੇਸ਼ ਕਰਾਂਗੇ ਇੱਥੇ ਬਿੱਲ। ਮਕਸਦ ਇਹ ਹੈ ਕਿ ਮੋਦੀ ਸਾਹਿਬ ਨੇ ਜੋ ਕੀਤਾ, ਜੋ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ, ਉਹ ਤੁਹਾਡੇ ਸਾਰਿਆਂ ਸਾਹਮਣੇ ਹੈ। ਇੱਕ ਲੰਬਾ ਇਤਿਹਾਸ ਹੈ ਜਿਹਦੀ ਕਰਕੇ ਕਾਂਗਰਸ ਪਾਰਟੀ ਦੇ ਨੀਅਤ ਔਰ ਨੀਤੀ ਉੱਪਰ ਵੀ ਸ਼ੰਕੇ ਨੇ ਜਿਹੜੇ ਸਾਨੂੰ ਹੁੰਦੇ ਨੇ, ਜਿਹਦੀ ਵਜ੍ਹਾ ਕਰਕੇ ਅੱਜ ਅਸੀਂ ਇੱਥੇ ਇਹ ਬਿੱਲਾਂ ਦੀਆਂ ਮਤੇ ਦੀਆਂ ਕਾਪੀਆਂ ਲੈਣ ਬੈਠੇ ਨੇ। ਕਾਂਗਰਸ ਅਤੇ ਅਕਾਲੀ ਦਲ ਕੁਝ ਵੀ ਕਹੇ, ਪਰ ਅਸਿਸਟੈਂਟ ਸੋਲਿਸਿਟਰ ਜਨਰਲ ਦੇ ਮੁਤਾਬਕ ਕੇਂਦਰ ਦੇ ਖੇਤੀ ਬਿੱਲਾਂ ਦਾ ਮਸਲਾ ਵਿਧਾਨ ਸਭਾ ਦੇ ਵਿੱਚ ਨਹੀਂ, ਸਿਰਫ ਤੇ ਸਿਰਫ ਸੁਪਰੀਮ ਕੋਰਟ ਦੇ ਵਿੱਚ ਹੱਲ ਹੋ ਸਕਦਾ ਹੈ। ਪੰਜਾਬ ਦੇ ਚੀਫ ਮਿਨਿਸਟਰ ਨੂੰ, ਪੰਜਾਬ ਦੇ ਲੀਗਲ ਐਕਸਪਰਟਸ ਨੂੰ, ਵੈਦਰ ਐਡਵੋਕੇਟ ਜਨਰਲ ਆਫਿਸ ਜਾਂ ਕੋਈ ਵੀ ਬੰਦਾ ਇਹ ਕਹਿ ਹੀ ਨਹੀਂ ਸਕਦਾ ਕਿ ਅਸੀਂ ਸੈਂਟਰਲ ਗਵਰਨਮੈਂਟ ਦੇ ਐਕਟ ਨੂੰ ਪਾਸ ਕੀਤੇ ਹੋਏ ਨੂੰ ਅਸੀਂ ਪੰਜਾਬ ਗਵਰਨਮੈਂਟ ਰੈਟੀਫਾਈ ਜਾਂ ਸੈਟ ਅਸਾਈਡ ਕਰ ਦੇਗੀ। ਮੈਨੂੰ ਤਾਂ ਕਿਸੇ ਵੀ ਕਾਨੂੰਨ ਦੇ ਕਿਸੇ ਵੀ ਕਿਤੇ ਜਾਂ ਕੋਈ ਕਾਨੂੰਨੀ ਐਕਸਪਰਟ, ਈਵਨ ਲੈਜਿਸਲੇਟਿਵ ਮੈਂਬਰਸ ਜਿਹੜੇ ਪੁਰਾਣੇ ਹੈ, ਉਹ ਕਹਿ ਹੀ ਨਹੀਂ ਸਕਦੇ। ਅਗਰ ਉਹ ਕਰ ਰਹੇ ਹੈ ਤਾਂ ਟੋਟਲੀ ਇਲੀਗਲ ਹੈ। ਇਲਜ਼ਾਮਬਾਜ਼ੀਆਂ ਦਾ ਦੌਰ ਜਾਰੀ ਹੈ, ਸਦਨ ਤੋਂ ਲੈ ਕੇ ਸੜਕ ਤੱਕ ਸੰਗਰਾਮ ਹੋ ਰਿਹਾ ਹੈ, ਪਰ ਨਤੀਜਾ ਹਾਲੇ ਤੱਕ ਕੋਈ ਨਿਕਲਿਆ ਨਹੀਂ ਹੈ। ਬਸ ਸਭ ਇਹੀ ਜਤਾਉਣ ਦੇ ਵਿੱਚ ਜੁਟੇ ਹੋਏ ਨੇ ਕਿ ਉਹੀ ਸਭ ਤੋਂ ਕਿਸਾਨਾਂ ਦੇ ਵੱਡੇ ਹਿਤੈਸ਼ੀ ਨੇ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਪੰਕਜ ਕਪਾਹੀ, ਰੋਹਿਤ ਬੰਸਲ, ਨਿਊਜ਼ 18। ਸੋ ਇਹ ਅੱਜ ਦੀ ਕਾਰਵਾਈ ਰਹੀ ਸੈਸ਼ਨ ਦੀ। ਹਾਲਾਂਕਿ ਕੁਝ ਖਾਸ ਅੱਜ ਦੀ ਕਾਰਵਾਈ 'ਚ ਸਾਹਮਣੇ ਨਹੀਂ ਆਇਆ, ਕਿਉਂਕਿ ਸਭ ਨੂੰ ਇਹ ਉਮੀਦ ਸੀ ਕਿ ਅੱਜ ਬਿੱਲ ਆਏਗਾ, ਪਰ ਅੱਜ ਬਿੱਲ ਨਹੀਂ ਆਇਆ, ਜਿਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਵੀ ਸੱਤਾਧਾਰੀਆਂ ਨੂੰ ਕਰਨਾ ਪਿਆ। ਸਵਾਲ ਅੱਜ ਦਾ ਸਾਡਾ ਇਹ ਹੈ ਕਿ ਕੀ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦਾ ਕੋਈ ਸਥਾਈ ਹੱਲ ਜਾਂ ਕੋਈ ਪੱਕਾ ਹੱਲ ਲੱਭ ਪਾਏਗੀ? ਸੋ
ਜਿਹੜੇ ਦਰਸ਼ਕ ਇਸ ਵੇਲੇ ਜੁੜੇ ਹੋਏ ਨੇ ਸਾਡੇ ਨਾਲ ਦੇਖ ਰਹੇ ਨੇ, ਉਹ ਇਸ ਸਵਾਲ ਦਾ ਜਵਾਬ ਦੇਣ ਦੇ ਲਈ ਹਾਂ ਦੇ ਲਈ ਟਾਈਪ ਕਰੋ ਨਿਊਜ਼ 18 ਸਪੇਸ ਦੇ ਕੇ PHH, ਹਾਂ ਦੇ ਲਈ Y ਔਰ ਨਾ ਦੇ ਲਈ ਨਿਊਜ਼ 18 PHH ਸਪੇਸ ਦੇ ਕੇ N, ਤੇ ਇਸ ਨੂੰ ਭੇਜ ਦਿਓ 5667 56677। ਇਸ ਦਾ ਜਵਾਬ ਅਸੀਂ ਇਸ ਡਿਬੇਟ ਦੇ ਅਖੀਰ ਦੇ ਵਿੱਚ ਤੁਹਾਨੂੰ ਦੇਵਾਂਗੇ। ਸੋ ਅੱਜ ਦਾ ਸਾਡਾ ਇਹ ਸਵਾਲ ਹੈ ਔਰ ਇਸ ਦੇ ਨਾਲ ਪੂਰੀ ਚਰਚਾ ਜਿਸ ਦੇ ਦੁਆਲੇ ਘੁੰਮਣੀ ਹੈ, ਉਹ ਸਵਾਲ ਕੀ ਨੇ? ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦਾ ਕੋਈ ਪੱਕਾ ਹੱਲ ਲੱਭ ਪਾਵੇਗੀ? ਇਹ ਸਭ ਤੋਂ ਵੱਡਾ ਸਵਾਲ ਹੈ। ਦੂਸਰੀ ਗੱਲ, ਕਿ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦੇ ਖਿਲਾਫ ਮਤਾ ਪਾਸ ਕਰੇਗੀ ਜਾਂ ਫਿਰ ਕਾਨੂੰਨ ਲੈ ਕੇ ਆਏਗੀ? ਇਹ ਵੀ ਹਾਲੇ ਤੱਕ ਸ਼ਸ਼ੋਪੰਜ ਹੈ। ਪੰਜਾਬ ਸਰਕਾਰ ਦੇ ਕਿਸੇ ਵੀ ਫੈਸਲੇ ਦੀ ਕੀ ਕੋਈ ਸੰਵਿਧਾਨਿਕ ਮਾਨਤਾ ਹੋਏਗੀ? ਕਿਉਂਕਿ ਅਗਰ ਕੇਂਦਰ ਜਿਸ ਤਰੀਕੇ ਨਾਲ ਕਾਨੂੰਨ ਬਣਾ ਦਿੰਦਾ ਹੈ, ਉਸ ਤੋਂ ਬਾਅਦ ਸੂਬੇ ਦਾ ਕਾਨੂੰਨ ਕਿੱਥੇ ਸਟੈਂਡ ਕਰੇਗਾ? ਇਹ ਵੀ ਬੜਾ ਵੱਡਾ ਸਵਾਲ ਹੈ। ਕੀ ਪੰਜਾਬ ਸਰਕਾਰ ਨੂੰ ਆਪਣੇ ਇਸ ਕਾਨੂੰਨ ਦਾ ਖਰੜਾ ਜਨਤਕ ਕਰਨਾ ਚਾਹੀਦਾ ਸੀ? ਲਗਾਤਾਰ ਵਿਰੋਧੀ ਧਿਰਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਉਹਦੀ ਕਾਪੀ ਦਿੱਤੀ ਜਾਵੇ ਬਿੱਲ ਦੀ, ਪਰ ਉਹ ਨਹੀਂ ਦਿੱਤੀ ਗਈ। ਕੀ ਕਿਸਾਨਾਂ ਨੂੰ ਸੂਬਾ ਸਰਕਾਰ ਕੋਈ ਪੱਕੀ ਖਰੀਦ ਦਾ ਸਿਸਟਮ ਦੇ ਪਾਏਗੀ? ਕੀ ਸੂਬਾ ਸਰਕਾਰ ਆਪਣੇ ਪੱਧਰ ਤੇ MSP ਦੇ ਸਕਦੀ ਹੈ? ਇਹ ਬੜੇ ਸਾਰੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਤਲਾਸ਼ਣ ਦੀ ਅਸੀਂ ਕੋਸ਼ਿਸ਼ ਕਰਾਂਗੇ ਇਸ ਡਿਬੇਟ ਦੇ ਦੌਰਾਨ। ਸਾਡੇ ਨਾਲ ਮਹਿਮਾਨ ਇਸ ਡਿਬੇਟ ਦੇ ਵਿੱਚ ਜੁੜਨਗੇ। ਬਲਜਿੰਦਰ ਕੌਰ ਵਿਧਾਇਕ ਆਮ ਆਦਮੀ ਪਾਰਟੀ, ਸੁਖਵਿੰਦਰ ਸਿੰਘ ਸੁੱਖੀ ਵਿਧਾਇਕ ਸ਼੍ਰੋਮਣੀ ਅਕਾਲੀ ਦਲ, ਅਰੁਣੇਸ਼ ਸ਼ਾਕਰ ਸਾਬਕਾ ਵਿਧਾਇਕ ਭਾਰਤੀ ਜਨਤਾ ਪਾਰਟੀ ਔਰ ਕਾਂਗਰਸ ਪਾਰਟੀ ਤੋਂ ਕੈਪਟਨ ਸੰਦੀਪ ਸੰਧੂ ਸਾਡੇ ਨਾਲ ਜੁੜਨਗੇ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ। ਬਲਜਿੰਦਰ ਕੌਰ ਸਾਡੇ ਨਾਲ ਜੁੜੇ ਨੇ ਔਰ ਅਰੁਣੇਸ਼ ਸ਼ਾਕਰ ਜੀ BJP ਤੋਂ ਸਾਡੇ ਨਾਲ ਜੁੜੇ ਨੇ। ਅਸੀਂ ਪਹਿਲਾ ਸਵਾਲ ਬਲਜਿੰਦਰ ਕੌਰ ਜੀ ਤੁਹਾਡੇ ਤੋਂ, ਅੱਜ ਕਾਫੀ ਰੌਲਾ ਰੱਪਾ ਪਿਆ ਵਿਧਾਨ ਸਭਾ ਸੈਸ਼ਨ ਦੇ ਵਿੱਚ, ਕਿਉਂਕਿ ਤੁਸੀਂ ਅੰਦਰ ਸੀ, ਉਹ ਸਾਰੀ ਕਾਰਵਾਈ ਦੇਖੀ ਹੈ। ਇਸ ਕਰਕੇ ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਕਿ ਕੀ ਅੱਜ ਦਾ ਦਿਨ ਸਾਰੇ MLA ਜਿਹੜੇ ਨੇ ਆਉਂਦੇ ਨੇ, ਆਪਣੇ ਦਸਤਖਤ ਕਰਦੇ ਨੇ, ਉਹਨਾਂ ਨੂੰ ਭੱਤੇ ਵੀ ਮਿਲਦੇ ਨੇ, ਹਰ ਚੀਜ਼ ਮਿਲਦੀ ਹੈ, ਪਰ ਜਿਸ ਮਕਸਦ ਦੇ ਲਈ ਬੁਲਾਇਆ ਗਿਆ ਸੀ ਇਹ ਸੈਸ਼ਨ, ਕੀ ਉਹ ਮਕਸਦ ਪਹਿਲੇ ਦਿਨ ਕਿਤੇ ਹੱਲ ਹੁੰਦਾ ਨਜ਼ਰ ਆਇਆ ਕਿ ਨਹੀਂ? ਦੇਖੋ, ਡੇ 1 ਤੋਂ ਆਮ ਆਦਮੀ ਪਾਰਟੀ ਕਹਿ ਰਹੀ ਸੀਗੀ ਕਿ ਬਈ ਜਿਹੜਾ ਸੈਸ਼ਨ ਆ ਉਹਨੂੰ ਕਾਲ ਕੀਤਾ ਜਾਵੇ। ਸੈਸ਼ਨ ਜਿਹੜੀ ਲੋਕਾਂ ਦੀ ਆਵਾਜ਼, ਇਸ ਵੇਲੇ ਕਿਸਾਨਾਂ ਦੀ, ਬੱਚੇ ਦੀ ਆਵਾਜ਼ ਜਿਹੜੀ ਬਣੀ ਹੋਈ ਸੀਗੀ, ਔਰ ਸਰਕਾਰ ਨੇ ਬੜੇ ਇੱਕ ਸੋਹਣੇ ਤਰੀਕੇ ਦੇ ਨਾਲ, ਢੰਗ ਦੇ ਨਾਲ, ਜਿਵੇਂ ਹਰ ਵਾਰੀ ਇੱਕ ਪਲੈਨਿੰਗ ਦੇ ਨਾਲ ਜਿਹੜੀ ਪੇਸ਼ਕਸ਼ ਕੀਤੀ ਤੇ ਸੈਸ਼ਨ ਜਿਹੜਾ ਆ ਉਹ ਇੱਕ ਦਿਨ ਦਾ ਜਿਹੜਾ ਰੱਖ ਕੇ, ਤੇ ਜਦੋਂ ਲੋਕਾਂ ਦੀ ਆਵਾਜ਼ ਪਹੁੰਚੀ ਕਿ ਬਈ ਇਹਨੂੰ ਸੈਸ਼ਨ ਜਿਹੜਾ ਇੱਕ ਦਿਨ ਦਾ, ਤਾਂ ਬਿਲਕੁਲ ਡਰਾਮਾ ਜਿਵੇਂ ਹਰ ਵਾਰੀ ਸਰਕਾਰ ਕਰਦੀ ਆ, ਤੇ ਇਹਨੂੰ ਵਧਾ ਕੇ ਜਿਹੜਾ 2 ਦਿਨਾਂ ਦਾ ਕਰ ਦਿੱਤਾ। ਹੁਣ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਸ ਸੈਸ਼ਨ ਦੇ ਲਈ ਆਮ ਆਦਮੀ ਪਾਰਟੀ ਡੇ 1 ਤੋਂ ਕਹਿ ਰਹੀ ਸੀ, ਜਿਹੜੇ ਸੈਸ਼ਨ ਦੇ ਲਈ ਮਤਲਬ ਕਿਸਾਨ ਜਥੇਬੰਦੀਆਂ ਲਗਾਤਾਰ ਕਹਿ ਰਹੀਆਂ ਸੀਗੀਆਂ, ਔਰ ਜਿਹੜੇ ਸੈਸ਼ਨ ਦੇ ਲਈ ਪੂਰੀ ਬੱਚਾ ਪੰਜਾਬ ਦਾ ਕਹਿ ਰਿਹਾ ਸੀਗਾ ਕਿ ਬਈ ਇਸ ਵੇਲੇ MLAs ਦਾ ਫਰਜ਼ ਬਣਦਾ ਆ, ਵਿਧਾਨ ਸਭਾ ਦਾ ਫਰਜ਼ ਬਣਦਾ ਆ, ਸੈਸ਼ਨ ਬੁਲਾ ਜਿਹੜੇ ਆ ਕਾਨੂੰਨਾਂ ਦੇ ਵਿਰੋਧ ਚ ਮਤੇ ਪਾ ਕੇ ਭੇਜੇ ਜਾਣ। ਹੁਣ ਆਮ ਆਦਮੀ ਪਾਰਟੀ ਅੱਜ ਵੀ, ਤੁਸੀਂ ਵੇਖ ਰਹੇ ਹੋਵੋਗੇ ਪਿੱਛੇ ਸਾਰੇ, ਇਸ ਵੇਲੇ ਵੀ ਹਾਊਸ ਦੇ ਵਿੱਚ ਜਿਹੜੇ ਪ੍ਰੈਜ਼ੈਂਟ ਆ, ਹਾਊਸ ਦੇ ਵਿੱਚ ਅਸੀਂ ਬਿਲਕੁਲ ਧਰਨੇ ਤੇ ਮੌਜੂਦ ਆ ਕਿ ਜਿਹੜੇ ਐਮਰਜੈਂਸੀ ਹਾਲਾਤਾਂ ਦੇ ਵਿੱਚ ਸਰਕਾਰ ਨੇ ਸੈਸ਼ਨ ਬੁਲਾਇਆ, ਹਰ ਵਾਰੀ ਸਰਕਾਰ ਇੱਕ ਮੋਰੀ ਚੋਂ ਨਿਕਲ ਜਾਂਦੀ ਹੈ ਵੀ ਬਿੱਲ ਕਦੇ ਵੀ ਔਨ ਟਾਈਮ ਜਿਹੜੇ ਆ ਸਾਡੇ ਟੇਬਲ ਤੇ ਨਹੀਂ ਰੱਖੇ, ਔਰ ਇਹ ਐਮਰਜੈਂਸੀ ਹਾਲਾਤਾਂ ਦੇ ਵਿੱਚ ਵੀ ਸਰਕਾਰ ਸੀਰੀਅਸ ਨਹੀਂ ਹੈਗੀ। ਸਰਕਾਰ ਕਿੱਥੇ ਸੁੱਤੀ ਪਈ ਹੈ? ਮਤਲਬ ਅੱਜ ਵੀ ਗੈਰ ਜ਼ਿੰਮੇਵਾਰੀ ਜਿਹੜੀ ਸਰਕਾਰ ਦੀ ਫਿਕਸ ਹੁੰਦੀ ਆ ਕਿ ਬਈ ਅੱਜ ਤਾਂ ਜਿਹੜੇ ਕੱਲ ਨੂੰ ਜਿਹੜੇ ਮਤੇ ਪਾਸ ਕੀਤੇ ਜਾ ਰਹੇ ਨੇ, ਸਰਕਾਰ ਉਹਨੂੰ ਸੀਰੀਅਸ ਲਵੇ। ਪੰਜਾਬ ਦਾ ਸੜਕਾਂ ਤੇ ਬੈਠਾ ਹੈ, ਚਾਹੀਦਾ ਸੀਗਾ ਕਿ ਬਿੱਲ ਜਿਹੜੇ ਆ ਸਾਡੇ ਟੇਬਲ ਕਰ ਦੇ। ਜੀ ਬਲਜਿੰਦਰ ਜੀ, ਤੁਸੀਂ ਬਣੇ ਰਹਿਣਾ, ਸਾਡੇ ਨਾਲ ਹੋਰ ਵੀ ਮਹਿਮਾਨ ਨੇ, ਕੈਪਟਨ ਸੰਦੀਪ ਸੰਧੂ ਜੁੜੇ ਨੇ, ਉਹਨਾਂ ਤੋਂ ਸਵਾਲ ਲੈਣਾ ਬੜਾ ਜ਼ਰੂਰੀ ਹੈ। ਸੰਦੀਪ ਸੰਧੂ ਜੀ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਲਗਾਤਾਰ ਨਿਸ਼ਾਨਾ ਇਹੀ ਰਿਹਾ ਕਿ 2 ਦਿਨ ਦਾ ਸੈਸ਼ਨ ਐਕਸਟੈਂਡ ਤੇ ਕਰ ਲਿਆ, ਪਰ ਅਲਟੀਮੇਟਲੀ ਪਹਿਲੇ ਦਿਨ ਹੋਇਆ ਕਿ ਸ਼ਰਧਾਂਜਲੀਆਂ ਦਿੱਤੀਆਂ ਔਰ ਸੈਸ਼ਨ ਖਤਮ ਹੋ ਗਿਆ। ਉਹ ਤਾਂ ਫਿਰ ਇੱਕ ਫਾਰਮੈਲਿਟੀ ਬਚੀ ਇੱਕ ਤਰੀਕੇ ਨਾਲ। ਕੋਸ਼ਿਸ਼ ਕਰਾਂਗੇ ਕੈਪਟਨ ਸੰਦੀਪ ਸੰਧੂ ਨਾਲ ਦੁਬਾਰਾ ਸੰਪਰਕ ਕਰਨ ਦੀ। ਸੁਖਵਿੰਦਰ ਸਿੰਘ ਸੁੱਖੀ ਜੁੜੇ ਨੇ ਸਾਡੇ ਨਾਲ, ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਨੇ। ਸੁੱਖੀ ਜੀ, ਜਿਵੇਂ ਬਲਜਿੰਦਰ ਕੌਰ ਜੀ ਕਹਿ ਰਹੇ ਨੇ, ਹਲੇ ਵੀ ਇਹ ਤੇ ਵਿਧਾਨ ਸਭਾ ਦੇ ਵਿੱਚ ਡਟੇ ਹੋਏ ਨੇ। ਅਕਾਲੀ ਦਲ ਨੇ ਹਾਲਾਂਕਿ ਪੰਜਾਬ ਭਵਨ ਦੇ ਬਾਹਰੋਂ ਉੱਠ ਗਏ ਨੇ, ਆਪਣਾ ਧਰਨਾ ਚੱਕ ਦਿੱਤਾ ਹੈ। ਕਿਹਾ ਜਾ ਰਿਹਾ ਕਿ ਮੰਤਰੀ ਜਿਹੜੇ ਸੀ ਉਹ ਪਿਛਲੇ ਦਰਵਾਜ਼ੇ ਨਿਕਲ ਗਏ, ਪੰਜਾਬ ਭਵਨ ਦੇ ਤਾਰਾਂ ਵਾਲੇ ਪਾਸਿਓਂ ਚਲੇ ਗਏ। ਅਕਾਲੀ ਦਲ ਨੇ ਤੇ ਮੋਰਚਾ ਲਾਇਆ ਸੀ। ਪਰ ਸਵਾਲ ਇਹ ਹੈ ਕਿ ਜਦੋਂ ਤੁਹਾਡੀ ਸਰਕਾਰ ਵੀ ਹੁੰਦੀ ਸੀ, 10 ਸਾਲ, ਮੈਨੂੰ 18-19 ਸਾਲ ਹੋ ਗਏ ਵਿਧਾਨ ਸਭਾ ਕਵਰ ਕਰਦੇ ਨੂੰ, ਮੇਰਾ ਇਹ
ਨਿੱਜੀ ਤਜਰਬਾ ਵੀ ਹੈ, ਪਰਸਨਲ ਐਕਸਪੀਰੀਅੰਸ ਹੈ ਕਿ ਅੱਜ ਤੱਕ ਕਦੇ ਬਿੱਲ ਆਇਆ ਹੀ ਨਹੀਂ, ਹਮੇਸ਼ਾ ਔਨ ਟੇਬਲ ਆਉਂਦਾ ਹੈ। ਤੁਸੀਂ ਵੀ 10 ਸਾਲ ਸੱਤਾ ਦੇ ਵਿੱਚ ਰਹੇ ਹੋ, ਉਦੋਂ ਵੀ ਔਨ ਟੇਬਲ ਆਉਂਦਾ ਰਿਹਾ। ਜਦੋਂ ਪੇਸ਼ ਕਰਨਾ ਹੁੰਦਾ ਸੀ 10 ਮਿੰਟਾਂ ਦੇ ਵਿੱਚ ਉਸ ਨੂੰ ਪੇਸ਼ ਕਰਨ ਤੋਂ ਬਾਅਦ ਪਾਸ ਕੀਤਾ ਜਾਂਦਾ ਸੀ, ਔਰ ਉਦੋਂ ਕਾਂਗਰਸ ਰੌਲਾ ਪਾਉਂਦੀ ਸੀ। ਅੱਜ ਤੁਸੀਂ ਕਹਿ ਰਹੇ ਹੋ ਬਿੱਲ ਸਾਨੂੰ ਪਹਿਲਾਂ ਦਿਖਾਇਆ ਜਾਵੇ, ਇਸ ਦੇ ਵਿੱਚ ਕੀ ਹੈ। ਸੋ ਕੁੱਲ ਮਿਲਾ ਕੇ ਲੱਗਦਾ ਨਹੀਂ ਕਿ ਇਹ ਜਿਹੜੀ ਕਵਾਇਦ ਹੈ ਇਹ ਪੁਰਾਣੀ ਚੱਲੀ ਆ ਰਹੀ ਹੈ। ਦੇਖੋ ਬਰਾੜ ਸਾਹਿਬ, ਅੱਜ ਜੀ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਬਾਰ-ਬਾਰ ਮੰਗ ਕੀਤੀ ਸੀ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਸਿਰਫ ਤੇ ਸਿਰਫ ਕਿਸਾਨੀ ਤੇ ਹੋਵੇ, ਉਹ ਪੰਜਾਬ ਸਰਕਾਰ ਬੁਲਾਵੇ। ਔਰ ਕੈਪਟਨ ਸਾਹਿਬ ਜਿਹੜੇ ਖਟਕੜ ਕਲਾਂ ਦੇ ਵਿੱਚ ਜਦੋਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਸੀ, ਉਦੋਂ ਇਹਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਸੈਸ਼ਨ ਬੁਲਾਉਣ ਦੀ ਜ਼ਰੂਰਤ ਨਹੀਂ। ਪਰ ਅਕਾਲੀ ਦਲ ਦਾ ਇਹ ਸਦਾ ਹੀ ਸਟੈਂਡ ਰਿਹਾ ਕਿ ਕਿਉਂਕਿ ਐਗਰੀਕਲਚਰ ਜਿਹੜਾ ਆ ਇਹ ਸਟੇਟ ਮੈਟਰ ਆ, ਸਾਨੂੰ ਵਿਧਾਨ ਸਭਾ ਦੇ ਵਿੱਚ ਇਸ ਬਿੱਲ ਦੇ ਜਿਹੜੇ ਕਾਲੇ ਕਾਨੂੰਨ ਬੀਜੇਪੀ ਸਰਕਾਰ ਲੈ ਕੇ ਆਈ ਹੈ, ਇਹਦੇ ਖਿਲਾਫ ਇਕਜੁੱਟ ਹੋਣਾ ਚਾਹੀਦਾ। ਔਰ ਕਿਸਾਨ ਜਥੇਬੰਦੀਆਂ ਨੇ ਔਰ ਦੂਸਰੀ ਪੋਲੀਟੀਕਲ ਪਾਰਟੀਆਂ ਨੇ ਵੀ ਕਾਂਗਰਸ ਦੀ ਸਰਕਾਰ ਨੂੰ ਮਜਬੂਰ ਕੀਤਾ, ਤਾਂ ਉਹਨਾਂ ਨੇ ਅੱਜ ਇਹ ਇੱਕ ਸੈਸ਼ਨ ਇੱਕ ਦਿਨ ਦਾ ਜਿਹੜਾ ਬੁਲਾਇਆ ਸੀ, ਅੱਜ ਪਤਾ ਨਹੀਂ ਕਿਸ ਮਜਬੂਰੀ ਦੇ ਵਿੱਚ ਉਹ 2 ਦਿਨ ਤੱਕ ਕਰਤਾ ਗਿਆ। ਜਿਸ ਸੈਸ਼ਨ ਨੂੰ ਬੁਲਾਉਣ ਦੇ ਲਈ, ਕਿਸਾਨਾਂ ਦੇ ਮੁੱਦੇ ਹੱਲ ਕਰਨ ਦੇ ਲਈ, ਕਾਲਾ ਕਾਨੂੰਨ ਰੱਦ ਕਰਨ ਦੇ ਲਈ ਜਿਹੜਾ ਇਹ ਸੈਸ਼ਨ ਬੁਲਾਇਆ ਸੀ, ਪਹਿਲੇ ਦਿਨ ਅੱਜ ਕਿਸਾਨਾਂ ਦਾ ਨਾਂ ਤੱਕ ਨਹੀਂ ਲਿਆ ਗਿਆ। ਔਰ ਦੂਸਰਾ, ਅੱਜ ਜਦੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਜਿਹੜੇ 8-9 ਕਿਸਾਨ, ਉਹਨਾਂ 'ਚ ਸਾਡੀਆਂ ਬੀਬੀਆਂ ਵੀ ਆ, ਸਾਡੇ ਬਜ਼ੁਰਗ ਵੀ ਆ, ਸਾਡੇ ਵੀਰ ਵੀ ਆ, ਜਿਹੜੇ ਸ਼ਹੀਦ ਹੋਏ, ਉਹਨਾਂ ਨੂੰ ਕਾਂਗਰਸ ਨੇ ਇੱਕ ਵਾਰੀ ਵੀ ਆਪਣੇ ਮੂੰਹ 'ਚੋਂ ਸ਼ਰਧਾਂਜਲੀ ਦੇਣ ਦੀ ਗੱਲ ਨਹੀਂ ਕਹੀ। ਉਹ ਵੀ ਸ਼੍ਰੋਮਣੀ ਅਕਾਲੀ ਦਲ ਨੇ ਕਹਿ ਕੇ ਕਰਵਾਇਆ। ਔਰ ਉਸ ਤੋਂ ਬਾਅਦ ਜਿਹੜੇ ਕਿਸਾਨ ਜਿਨ੍ਹਾਂ ਕਰਜ਼ੇ ਕਰਕੇ ਸੁਸਾਈਡ ਕਰ ਗਏ, ਉਹਨਾਂ ਦੇ ਲਈ ਵੀ ਇੱਕ ਸ਼ਬਦ ਵੀ ਨਹੀਂ। ਚਲੋ ਉਹ ਇੱਕ ਲੰਮਾ ਪ੍ਰੋਸੈਸ ਹੈ, ਉਹ ਅਸੀਂ ਦੇਖਿਆ ਸਾਰਾ। ਤੁਹਾਡੀ ਗੱਲ ਤੇ ਮੈਂ ਆ ਰਿਹਾ, ਮੈਂ ਸੁੱਕੀ ਜੀ ਅਸੀਂ ਦੇਖਿਆ ਸਾਰਾ। ਮੇਰੀ ਗੱਲ ਤਾਂ ਸੁਣੋ, ਤਾਂ ਅਸੀਂ ਉਹ ਸਾਰਾ ਕੁਝ ਦੇਖਿਆ ਵਿਧਾਨ ਸਭਾ ਚ ਕੀ ਹੋਇਆ। ਮੈਂ ਖੁਦ ਜਦੋਂ ਬਲਜਿੰਦਰ ਕੌਰ ਜੀ ਨਾਲ ਗੱਲ ਕਰ ਰਿਹਾ ਸੀ, ਮੈਂ ਖੁਦ ਇਹ ਗੱਲ ਕਹੀ ਹੈ ਵੀ ਇਹ ਪਹਿਲੇ ਦਿਨ ਇਸ 'ਚ ਕੁਝ ਵੀ ਨਜ਼ਰ ਨਹੀਂ ਆਇਆ, ਸਿਰਫ ਇੱਕ ਤਰੀਕੇ ਦਾ ਖਾਨਾ ਪੂਰਤੀ ਲੱਗਿਆ। ਸੋ ਮੈਂ ਕੈਪਟਨ ਸੰਦੀਪ ਸੰਧੂ ਜੁੜੇ ਨੇ, ਉਹਨਾਂ ਤੋਂ ਜਵਾਬ ਲੈ ਲਾਂ, ਫਿਰ ਦੁਬਾਰਾ ਤੁਹਾਡੇ ਕੋਲੇ ਆਉਣਾ ਹੈ। ਸੰਧੂ ਸਾਹਿਬ, ਆਮ ਆਦਮੀ ਪਾਰਟੀ ਹੋਵੇ, ਅਕਾਲੀ ਦਲ ਹੋਵੇ, ਪ੍ਰੋਟੈਸਟ ਤੁਹਾਡੇ ਖਿਲਾਫ ਹੁੰਦੇ ਰਹੇ ਨੇ ਅੱਜ ਪੂਰਾ ਦਿਨ, ਔਰ ਸਿਰਫ ਫਾਰਮੈਲਿਟੀ ਇੱਕ ਤਰੀਕੇ ਦੀ ਅੱਜ ਨਜ਼ਰ ਆਈ ਹੈ। ਅੱਜ ਦੇ ਸੈਸ਼ਨ ਦੇ ਵਿੱਚ ਕੁਝ ਕਾਰਗਰ ਕੁਝ ਨਿਕਲ ਕੇ ਸਾਹਮਣੇ ਨਹੀਂ ਆਇਆ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ। ਵਿਜੇਪਾਲ ਜੀ, ਮੈਨੂੰ ਨਹੀਂ ਪਤਾ ਕਿ ਕੀ ਉਮੀਦ ਕੀਤੀ ਜਾ ਰਹੀ ਹੈ, ਪਰ ਇਹ ਜਿਹੜਾ ਸੈਸ਼ਨ ਜਿਹੜਾ ਆਪਾਂ ਇਹ ਬੁਲਾਇਆ ਹੈ, ਇਹ ਬੁਲਾਉਣ ਦਾ ਕਾਰਨ ਤੁਹਾਨੂੰ ਵੀ ਪਤਾ ਤੇ ਸਾਰੇ ਪੰਜਾਬ ਨੂੰ ਤੇ ਹੁਣ ਤਾਂ ਸਾਰੀ ਦੁਨੀਆ ਨੂੰ ਵੀ ਪਤਾ ਹੈ। ਔਰ ਅੱਜ ਦਾ ਦਿਨ ਓਬਿਚੁਰੀਜ਼ ਦਾ ਦਿਨ ਸੀ। ਉਹ ਜਿਹੜਾ ਇੱਕ ਪਰੰਪਰਾ ਹੈਗੀ ਹੈ ਸੈਸ਼ਨ ਦੇ, ਹਰ ਸੈਸ਼ਨ ਦੇ ਵਿੱਚ ਉਹ ਪਰੰਪਰਾ ਨਿਭਾਈ ਗਈ ਹੈ। ਕੱਲ ਜਿਹੜਾ ਦਿਨ ਹੈਗਾ ਉਹ ਆਹੀ ਜਿਸ ਵਿਸ਼ੇ ਤੇ ਅੱਜ ਆਪਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਪ੍ਰੋਟੈਸਟ ਕਰਨ ਦੀ ਵਿਜੇਪਾਲ ਜੀ ਐਕਸਟੈਂਡ ਵੀ ਕੀਤਾ ਜਾ ਸਕਦਾ ਸੀ, ਇਸ ਤੇ ਕੋਈ ਚਰਚਾ ਵੀ ਹੋ ਸਕਦੀ ਸੀ, ਸੁਝਾਅ ਵੀ ਲਏ ਜਾ ਸਕਦੇ ਸੀ। ਆਈ ਗਏ ਸਾਰੇ ਵਿਧਾਇਕ, ਫਿਰ ਹਰਜ ਕੀ ਸੀ ਜੇ 2 ਘੰਟੇ ਹੋਰ ਚੱਲਣਾ। ਕਿਉਂਕਿ ਜੋ ਪਰੰਪਰਾ ਹੈਗੀ ਹੈ ਵਿਧਾਨ ਸਭਾ ਦੀ, ਉਹਨੂੰ ਮੇਨਟੇਨ ਕੀਤਾ ਗਿਆ, ਪਹਿਲੀ ਗੱਲ। ਦੂਜੀ ਗੱਲ, ਚਰਚਾ ਦਾ ਵਿਸ਼ਾ ਹੀ ਇੱਕ ਹੈ, ਉਹ ਹੈਗਾ ਜਿਸ ਮਸਲੇ ਨੂੰ ਲੈ ਕੇ ਆਪਾਂ ਸਪੈਸ਼ਲ ਸੈਸ਼ਨ ਬੁਲਾਇਆ। ਕੱਲ ਆਪਾਂ ਹੋਰ ਕੁਝ ਕਰਨਾ ਵੀ ਕੀ ਹੈ, ਇਹੀ ਸਾਰਾ ਕੁਝ ਕਰਨਾ ਹੈ ਇਸ ਅਹਿਮ ਮਸਲੇ ਤੇ, ਇਸ ਭਖਤ ਦੇ ਮਸਲੇ ਤੇ ਜਿਹੜੇ ਔਰ ਅਕਾਲੀ ਦਲ ਕਾਸ ਚੀਜ਼ ਦਾ ਪ੍ਰੋਟੈਸਟ ਕਰੂਗਾ। ਪ੍ਰੋਟੈਸਟ ਤਾਂ ਉਦੋਂ ਕਰਦੇ ਜਦੋਂ ਆਰਡੀਨੈਂਸਿਸ ਬਣ ਰਹੇ ਸੀ, ਜਦੋਂ ਆਰਡੀਨੈਂਸ ਬਿੱਲ ਦੇ ਵਿੱਚ ਤਬਦੀਲ ਹੋਏ। ਅੱਜ ਕੱਲ੍ਹ ਕੀ ਤਰੀਕਾ ਸੀ ਅੱਜ ਪਹੁੰਚਣ ਦਾ, ਕੀ ਉਹ ਮਤਲਬ ਕੀ ਉਹ ਸਹੀ ਸੀ, ਕਿ ਉਹ ਜਜ਼ਬਾ ਮਤਲਬ ਉਹ ਲੈ ਕੇ ਆਉਣਾ ਚਾਹੁੰਦੇ ਆ। ਆਪਾਂ ਪ੍ਰੋਟੈਸਟ ਕਰਦੇ ਹਾਂ ਕਿਸ ਗੱਲ ਦੀ? ਕੱਲ ਨੂੰ ਸੈਸ਼ਨ ਚੱਲਣਾ ਹੈ, ਸਾਰੀਆਂ ਗੱਲਾਂ ਬਾਤਾਂ। ਚਲੋ ਸੰਧੂ ਸਾਹਿਬ, ਮੈਂ ਦੂਜੇ ਇਹਨਾਂ ਦਾ ਜਿਹੜਾ ਦੂਸਰਾ ਇਤਰਾਜ਼ ਹੈ ਉਸ ਤੇ ਆ ਜਾਣਾ ਹੈ ਕਿ ਬਿੱਲ ਦੀ ਕਾਪੀ ਨਹੀਂ ਦਿੱਤੀ ਗਈ। ਉਹ ਆਮ ਆਦਮੀ ਪਾਰਟੀ ਹਲੇ ਵੀ ਉਹ ਸੈਸ਼ਨ ਦੇ ਅੰਦਰ ਬੈਠੇ ਹੋਏ ਨੇ, ਸਦਨ ਦੇ ਅੰਦਰ ਬੈਠੇ ਹੋਏ ਨੇ। ਪ੍ਰੋਫੈਸਰ ਬਲਜਿੰਦਰ ਕੌਰ ਸਾਡੇ ਨਾਲ ਜੁੜੇ ਹੋਏ ਹੈ, ਉਹਨਾਂ ਦੀ ਬੈਕਗ੍ਰਾਉਂਡ 'ਚ ਪਤਾ ਲੱਗ ਰਿਹਾ ਕਿ ਹਲੇ ਵੀ ਉਹ ਸਦਨ ਦੇ ਅੰਦਰ ਨੇ ਇਸੇ ਮੰਗ ਨੂੰ ਲੈ ਕੇ ਕਿ ਬਿੱਲ ਦੀ ਕਾਪੀ ਦੇ ਦਿੰਦੇ। ਕਿਸ ਬਿੱਲ ਦੀ ਕਾਪੀ ਦੀ ਤੁਸੀਂ ਗੱਲ ਕਰ ਰਹੇ ਹੋ? ਜਿਹੜਾ ਬਿੱਲ ਲੈ ਕੇ ਆਉਣਾ ਹੈ ਕਾਂਗਰਸ ਪਾਰਟੀ ਨੇ, ਇਹ ਗੱਲ ਆਪਾਂ ਜਦੋਂ ਕੱਲ ਆਉਣਾ ਹੈਗਾ,
ਇਹ ਆਪਾਂ ਉਸ ਤੇ ਦੇਖੀਏ, ਆਪਾਂ ਆਪਦੀਆਂ ਕੁਰਸੀਆਂ ਉਹ ਲਾ ਰਹੇ ਹੈਗੀਆਂ, ਜੋ ਆਉਣਾ ਸਭ ਦੇ ਸਾਹਮਣੇ ਸਵੇਰੇ ਆ ਜਾਣਾ। ਉਸ ਤੇ ਤੁਸੀਂ ਜਿਸ ਕਿਸਮ ਦੀ ਜੋ ਗੱਲਬਾਤ ਕਰਨੀ ਹੈ, ਜੋ ਗੱਲਬਾਤ ਰੱਖਣੀ ਹੈ, ਰੱਖ ਸਕਦੇ ਹੈਗੀ ਹੋ। ਐਡਾ ਕੀ ਇਸ ਚੀਜ਼ ਨੂੰ ਲੈ ਕੇ ਆਪਾਂ ਵਿਧਾਨ ਸਭਾ 'ਚ ਜੇ ਤੁਸੀਂ ਕਹਿੰਦੇ ਹੋ ਬੈਠੇ ਆ, ਤਾਂ ਮੈਂ ਤਾਂ ਬੇਨਤੀ ਇਹੀ ਕਰੂੰਗਾ ਆਮ ਆਦਮੀ ਪਾਰਟੀ ਦੇ ਵਿਧਾਇਕ ਬੀਬਾ ਜੀ ਨੂੰ ਕਿ ਆਪਦਾ ਸਵੇਰ ਦਾ ਜਿਹੜਾ ਸੈਸ਼ਨ ਹੈਗਾ ਉਹਦੇ ਲਈ ਚੰਗਾ ਆਰਾਮ ਕਰਕੇ ਸਵੇਰੇ ਪਹੁੰਚਣ, ਔਰ ਜੋ ਗੱਲਾਂ ਜੋ ਆਪਾਂ 3 ਮਹੀਨੇ ਤੋਂ ਇਸ ਕਿਸਮ ਨੂੰ ਲੈ ਕੇ ਇਸ ਕਾਲੇ ਕਾਨੂੰਨਾਂ ਨੂੰ ਯਾਨੀ ਇਹ ਸਪਸ਼ਟ ਹੈ ਸੰਧੂ ਸਾਹਿਬ ਵੀ ਜੋ ਵੀ ਹੈ ਕੱਲ ਨੂੰ ਹੀ ਸਾਹਮਣੇ ਆਏਗਾ, ਅੱਜ ਕਿਸੇ ਨੂੰ ਕੁਝ ਨਹੀਂ ਮਿਲੇਗਾ। ਬਿਲਕੁਲ ਬਿਲਕੁਲ ਸਾਹਿਬ। ਬਲਜਿੰਦਰ ਕੌਰ ਜੀ, ਕੈਪਟਨ ਸੰਦੀਪ ਸੰਧੂ ਹੋਰਾਂ ਨੂੰ ਸੁਣ ਲਿਆ ਹੋਣਾ ਤੁਸੀਂ ਕਿ ਉਹ ਤਾਂ ਉਲਟਾ ਅਪੀਲ ਕਰ ਰਹੇ ਆ ਵੀ ਕੱਲ ਨੂੰ ਫਰੈਸ਼ ਹੋ ਕੇ ਦੁਬਾਰਾ ਆਓ ਔਰ ਉਦੋਂ ਗੱਲਬਾਤ ਸਾਰੀ ਹੋਏਗੀ, ਬਹਿਸਬਾਜ਼ੀ ਵੀ ਹੋਏਗੀ। ਅੱਜ ਤੁਸੀਂ ਕਿਉਂ ਟਾਈਮ ਖਰਾਬ ਕਰ ਰਹੇ ਹੋ ਅੰਦਰ ਬਹਿ ਕੇ? ਸਪਸ਼ਟ ਕਰ ਦਿੱਤਾ ਹੈ ਕਿ ਕਾਪੀ ਕੋਈ ਨਹੀਂ ਮਿਲਣੀ। ਮੈਂ ਇਹੀ ਗੱਲ ਦਾ ਜਿਹੜਾ ਜਵਾਬ ਜਿਹੜਾ ਸੰਧੂ ਸਾਹਿਬ ਤੋਂ ਚਾਹੁੰਦੀ ਸੀ ਕਿ ਜਿਹੜੀ ਲਾਅ ਦੇ ਅਕੋਰਡਿੰਗ ਆ, ਜਿਹੜਾ ਜਿਹਦੀ ਮਰਿਆਦਾ ਦੀ ਗੱਲ ਕਰਦੇ ਆ, ਤਾਂ ਹਾਊਸ ਦੀ ਮਰਿਆਦਾ ਤੇ ਹਾਊਸ ਤੇ ਲਾਅ ਤੇ ਜਿਹੜੇ ਆਰਡਰ ਹੈਗੇ ਉਹ ਇੱਥੇ ਵੀ ਖੜੇ ਹੈਗੇ ਆ ਕਿ ਸਾਨੂੰ ਕੋਈ ਵੀ ਬਿੱਲ ਦੀ ਕਾਪੀ ਜਿਹੜੀ ਆ ਐਟਲੀਸਟ ਉਹ 15 ਦਿਨ ਪਹਿਲਾਂ ਟੇਬਲ ਤੇ ਆ ਜਾਣੀ ਚਾਹੀਦੀ ਆ। ਔਰ ਖਾਸ ਕਰਕੇ ਜਦੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਰਕਾਰ ਕਹਿ ਰਹੀ ਹੈ ਕਿ ਬਈ ਅਸੀਂ ਐਮਰਜੈਂਸੀ ਪੂਰੇ ਪੰਜਾਬ ਦੇ ਹਾਲਾਤ ਬਣੇ ਹੋਏ ਨੇ, ਉਹਨਾਂ ਹਾਲਾਤਾਂ ਦੇ ਵਿੱਚ ਅਸੀਂ ਸੈਸ਼ਨ ਬੁਲਾ ਰਹੇ ਹਾਂ। ਹਾਲੇ ਵੀ ਸਰਕਾਰ ਮਤਲਬ ਟੋਟਲੀ ਗੈਰ ਜ਼ਿੰਮੇਵਾਰ ਆ। ਹਾਲੇ ਵੀ ਸੰਧੂ ਸਾਹਿਬ ਕਹਿ ਰਹੇ ਨੇ ਕਿ ਬਈ ਜਿਹੜੇ ਬਿੱਲ ਆਉਣੇ ਹੈਗੇ, ਜਿਹੜੇ ਮਤੇ ਪਾਸ ਕਰਨੇ, ਉਹ ਅਸੀਂ ਤੁਹਾਨੂੰ ਸਵੇਰੇ ਦੇਵਾਂਗੇ, ਮਾਰਨਿੰਗ ਦੇਵਾਂਗੇ। ਓਪੋਜੀਸ਼ਨ ਆ ਪੰਜਾਬ ਦੇ ਕਿਸੇ ਐਡੇ ਸੀਰੀਅਸ ਮੁੱਦੇ ਤੇ ਅਸੀਂ ਗੱਲ ਕਰਨੀ ਹੈ, ਇੱਕ ਸੰਜੀਦਗੀ ਤਰੀਕੇ ਦੇ ਨਾਲ ਉਹਦੀ ਕਿ ਉਹ ਬਿੱਲ ਹੋਏਗਾ ਜਾਂ ਨਹੀਂ, ਕਹਿੰਦਾ ਮਤਲਬ ਜਾਂ ਮਤਾ ਹੋਏਗਾ। ਕਹਿੰਦਾ ਮਤਲਬ ਆ ਕਿ ਇਸ ਹਾਊਸ ਦੀ ਮਰਿਆਦਾ ਜਿਹੜੀ ਉਹ ਡਿਸਪਲਿਨ ਤੇ ਉਹ ਪੂਰੀ ਸੀਰੀਅਸਨੈਸ ਵੀ ਡਿਮਾਂਡ ਕਰਦੀ। ਉਹ ਇਹ ਨਹੀਂ ਹੈਗਾ ਕਿ ਜੇ ਬਿੱਲ ਆਏ ਤਾਂ ਮਤਲਬ ਔਨ ਦਾ ਸਪੌਟ ਟੇਬਲ ਤੇ ਰੱਖੇ ਤੇ ਜੋ ਤੁਹਾਡੇ ਮੂੰਹ ਚ ਆਇਆ ਤੁਸੀਂ ਬੋਲ ਕੇ ਉੱਥੋਂ ਚਲੇ ਜਾਓ ਤੇ ਦੈਟਸ ਆਲ। ਮਤਲਬ ਜੇ ਅੱਜ ਪੂਰਾ ਪੰਜਾਬ ਦੀਆਂ ਨਿਗਾਹਾਂ ਜਿਹੜੀਆਂ ਨੇ ਉਹ ਇਸ ਸੈਸ਼ਨ ਤੇ ਟਿਕੀਆਂ ਹੋਈਆਂ ਨੇ, ਪੂਰੇ ਪੰਜਾਬ ਦਾ ਬੱਚਾ ਅੱਜ ਦੇਖ ਰਿਹਾ ਵੀ ਜਿਹੜੇ ਅਸੀਂ 117 ਐਮਐਲਏ ਚੁਣ ਕੇ ਭੇਜਿਆ ਤੇ ਜਿਹੜੀ ਅਸੀਂ ਸਰਕਾਰ ਬਣਾਈ ਆ, ਉਹ ਸਰਕਾਰ ਸਾਡੇ ਲਈ ਕੀ ਕਰ ਰਹੀ ਆ। ਉਹ ਦੁਨੀਆ ਮਤਲਬ ਅੱਜ ਪੰਜਾਬ ਦੇ ਲੋਕ ਸੜਕਾਂ ਤੇ ਆਪਣੀਆਂ ਰਾਤਾਂ ਦਿਨ ਰਾਤ ਗੁਜ਼ਾਰ ਰਹੇ ਨੇ ਭੁੱਖੇ ਤੇ ਆਏ, ਤੇ ਜੇ ਅਸੀਂ ਐਡੇ ਗੈਰ ਜ਼ਿੰਮੇਵਾਰ ਹੋਵਾਂਗੇ ਤਾਂ ਉਹ ਸਾਡੇ ਤੋਂ ਕੀ ਉਮੀਦ ਰੱਖਣਗੇ ਉਹ। ਚਲੋ ਮੈਂ ਆਪਣੇ ਨਾਲ ਇੱਕ ਮਹਿਮਾਨ ਹੋਰ ਜੁੜੇ ਨੇ ਬੀਜੇਪੀ ਤੋਂ, ਜਿਨ੍ਹਾਂ ਦੇ ਨਾਲ ਅਲਟੀਮੇਟਲੀ ਇਹ ਸਾਰਾ ਮਸਲਾ ਹੈ। ਬਲਜਿੰਦਰ ਜੀ ਹੋਲਡ ਕਰਨਾ ਜ਼ਰਾ। ਸਾਡੇ ਨਾਲ ਅਰੁਣੇਸ਼ ਸ਼ਾਕਰ ਜੀ ਜੁੜੇ ਹੋਏ ਨੇ, ਸਾਬਕਾ ਵਿਧਾਇਕ ਨੇ, ਸੀਨੀਅਰ ਆਗੂ ਨੇ ਬੀਜੇਪੀ ਦੇ। ਸ਼ਾਕਰ ਸਾਹਿਬ, ਸਾਰਾ ਮਸਲਾ ਜੁੜਿਆ ਬੀਜੇਪੀ ਨਾਲ ਹੀ ਹੈ, ਭਾਵੇਂ ਵਿਧਾਨ ਸਭਾ ਦੇ ਅੰਦਰ ਕੁਝ ਹੋ ਰਿਹਾ, ਭਾਵੇਂ ਵਿਧਾਨ ਸਭਾ ਦੇ ਬਾਹਰ ਕੁਝ ਹੋ ਰਿਹਾ। ਅਲਟੀਮੇਟਲੀ ਜਿਹੜਾ ਮੈਸੇਜ ਪਹੁੰਚਾਉਣਾ ਉਹ ਬੀਜੇਪੀ ਨੂੰ ਪਹੁੰਚਾਉਣਾ, ਤੇ ਜੇ ਬੀਜੇਪੀ ਇਸ ਚੀਜ਼ ਨੂੰ ਸਮਝ ਲਏ ਜਾਂ ਇਸ ਦਾ ਕੋਈ ਬੈਠ ਕੇ ਹੱਲ ਕਰ ਦੇ ਤੇ ਫਿਰ ਇਸ ਸਾਰੇ ਜਿਹੜੀ ਕਵਾਇਦ ਦੀ ਲੋੜ ਹੀ ਨਾ ਪਵੇ। ਜਿਹੜਾ ਅੱਜ ਤੁਸੀਂ ਵੀ ਦੇਖਿਆ ਹੋਣਾ ਖਬਰਾਂ ਦੇ ਮਾਧਿਅਮ ਨਾਲ ਕਿ ਜੋ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ, ਔਰ ਕੱਲ ਨੂੰ ਹੁਣ ਸਰਕਾਰ ਇੱਕ ਆਪਣੇ ਵੱਲੋਂ ਕੋਈ ਕਾਨੂੰਨ ਜਾਂ ਕੋਈ ਮਤਾ ਜਾਂ ਕੋਈ ਬਿੱਲ ਲੈ ਕੇ ਆ ਰਹੀ ਹੈ। ਬਰਾੜ ਸਾਹਿਬ, ਮੇਰੀ ਬੇਨਤੀ ਹੈ ਜੀ ਕਿ ਬੀਜੇਪੀ ਸਰਕਾਰ ਜਾਂ ਮੋਦੀ ਸਰਕਾਰ ਕਹ ਲਓ ਸੈਂਟਰ ਦੇ ਵਿੱਚ, ਜੀ ਉਹ ਕਿਸਾਨਾਂ ਨਾਲ 100% ਜੁੜੀ ਹੋਈ ਹੈ, ਉਹਦੇ ਹੱਕਾਂ ਦੀ ਰਾਖੀ ਕਰਨ ਵਿੱਚ ਖੜੀ ਹੈ। ਕਈ ਲੋਕ ਗੁੰਮਰਾਹ ਕਰਦੇ ਜਾ ਕੇ। ਔਰ ਸ਼ਾਕਰ ਸਾਹਿਬ ਕਿਉਂ ਜੀ ਰਾਖੀ? ਮੇਰੀ ਗੱਲ ਸੁਣੋ ਇੱਕ ਮਿੰਟ, ਬੜਾ ਸਿੱਧਾ ਸਵਾਲ ਹੈ ਵੀ ਆਪਾਂ ਕਿਸੇ ਬੰਦੇ ਦੇ ਲਈ ਕੋਈ ਆਫਰ ਦਿੰਨੇ ਆ ਕਿ ਜੀ ਤੁਹਾਡੇ ਲਈ ਆਹ ਆਫਰ ਹੈ, ਅਗਲੇ ਨੂੰ ਨਹੀਂ ਪਸੰਦ ਤੇ ਆਪਾਂ ਧੱਕੇ ਨਾਲ ਕਿਉਂ ਦੇ ਰਹੇ ਆ? ਆਪਾਂ ਉਹਨਾਂ ਦੀ ਜਿਹੜੀ ਚੀਜ਼ ਤੇ ਇਤਰਾਜ਼ ਆ ਉਹਨੂੰ ਮੰਨ ਜਾਓ। ਮੇਰੀ ਬੇਨਤੀ ਹੈ ਇਹਦਾ ਵੀ ਇਹ ਤਾਜ ਤਾਂ ਹੀ ਮੰਨਿਆ ਜਾਊਗਾ ਜੇ ਟੇਬਲ ਟਾਕ ਹੋ ਕੇ ਟੇਬਲ ਤੇ ਬੈਠਾਂਗੇ। ਇੱਕ ਟੇਬਲ ਟਾਕ ਹੋਈ ਸਿਰ ਨਹੀਂ ਚੜੀ, ਉਹ ਦੁਬਾਰਾ ਬੈਠ ਸਕਦੇ ਆ, ਟਾਕ ਦੁਬਾਰਾ ਹੋ ਸਕਦੀ ਹੈ। ਹਿੰਦੁਸਤਾਨ ਕੀ ਜਿਹੜਾ ਦੋ ਮੁਲਕ ਲੜਦੇ ਆ ਉਹਨਾਂ ਦੇ ਵੀ ਟਾਕ ਟੇਬਲ ਤੇ ਬੈਠ ਕੇ ਫੈਸਲੇ ਹੋ ਜਾਂਦੇ ਆ। ਇਹ ਕਿੰਨੀ ਵੱਡੀ ਸਮੱਸਿਆ ਹੈ, ਇਹ ਕਿਸਾਨਾਂ ਦੀ ਸਮੱਸਿਆ ਹੈਗੀ ਹੈ। ਸਾਡੀ ਪਾਰਟੀ ਬੜੀ ਸੰਜੀਦਾ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਜਾਣਾ ਔਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। ਇਸ ਕੇ ਟੇਬਲ ਟਾਕ ਨੂੰ ਤਿਆਰ ਹੈ। ਮੇਰੀ ਇੱਕ ਬੇਨਤੀ ਹੈ, ਅੱਜ ਜੋ ਸਿਨੈਰੀਓ ਪਾਰਲੀਮੈਂਟ ਅਸੈਂਬਲੀ ਵਿੱਚ ਹੋਇਆ, ਪਹਿਲੀ ਗੱਲ ਤੇ ਹੈ ਕਿ ਜਿਹਦਾ ਐਮਐਲਏਸ ਕਹਿ ਰਹੇ ਆ ਆਪੋਜੀਸ਼ਨ ਦੇ ਕਿ ਜਿਹੜਾ ਬਿੱਲ ਦੀ ਕਾਪੀ ਹੈ ਜਾਂ ਮਤੇ ਦੀ ਕਾਪੀ ਹੈ ਪਹਿਲਾਂ ਮਿਲਣੀ ਚਾਹੀਦੀ ਹੈ, ਉਹ ਕੱਲ ਕਿਤੇ ਅੱਜ ਦੇ ਦਾਂਗੇ, ਅੱਜ ਕਿਤੇ ਕੱਲ ਦੇ ਦਾਂਗੇ। ਉਹਦੀ ਕਿਹੜਾ ਇਹਦਾ ਹਿਡਨ ਏਜੰਡਾ ਹੈ ਜਿਹੜਾ ਸਰਕਾਰ ਲੋਕਾਂ ਨੂੰ ਛੁਪਾਉਣਾ ਚਾਹੁੰਦੀ ਹੈ। ਔਰ ਦੂਸਰੀ ਗੱਲ ਇਹ ਹੈ ਕਿ ਇਹਨਾਂ ਨੇ ਡੈਮੋਕ੍ਰੇਟ ਹੱਕ ਖਤਮ ਕਰਤੇ। ਤੁਸੀਂ ਤੇ ਪ੍ਰੈਸ ਵਾਲੇ ਹੋ, ਹਰ ਵਾਰੀ ਪ੍ਰੈਸ ਵਾਲੇ ਜਾਂਦੇ ਗੈਲਰੀ 'ਚ ਬੈਠੇ ਸੀ ਔਰ ਲਾਈਵ ਟੈਲੀਕਾਸਟ ਕਰਦੇ। ਕੱਲ ਕਾਂਗਰਸ ਦੇ ਬੁਲਾਰੇ ਨੇ ਕਿਹਾ ਸੀਗਾ ਕਿ ਅੱਜ ਦੀ ਕਾਰਵਾਈ ਲਾਈਵ ਟੈਲੀਕਾਸਟ ਕਰਾਂਗੇ, ਇੱਕ ਅਪਰੂਵ ਆਪੋਜੀਸ਼ਨ ਚਲੇ ਗਏ, ਕੋਈ ਪੱਤਰਕਾਰ ਅੰਦਰ ਜਾ ਨਹੀਂ ਤਾਂ। ਔਰ ਪੱਤਰਕਾਰ ਕਿੱਥੇ ਬੁਲਾਇਆ? ਪੰਜਾਬ ਭਵਨ 'ਚ। ਇਹ ਡੈਮੋਕ੍ਰੇਸੀ ਦਾ ਘਾਣ ਹੈ।
ਡੈਮੋਕ੍ਰੇਸੀ ਦਾ ਜਿਹੜਾ ਹੱਕ ਹੈ ਇਹ ਖਤਮ ਕੀਤੇ ਜਾ ਰਹੇ ਆ। ਔਰ ਕਾਂਗਰਸ ਸਰਕਾਰ ਦੀ ਸ਼ੁਰੂ ਤੋਂ ਆਦਤ ਰਹੀ ਹੈ ਇਹ ਐਮਰਜੈਂਸੀ ਲਗਾਈ ਤਾਂ ਵੀ ਕਾਂਗਰਸ ਲਗਾਈ ਹੈ। ਨਹੀਂ ਚਲੋ ਤੁਸੀਂ ਮੈਂ ਲੰਮੀਆਂ ਗੱਲਾਂ 'ਚ ਨਹੀਂ ਪੈਂਦਾ ਜੀ। ਅੱਜ ਮੁੱਦਾ ਜਿਹੜਾ ਹੈਗਾ ਬੇਸਿਕਲੀ ਸ਼ਾਕਰ ਸਾਹਿਬ ਉਹ ਕਿਸਾਨਾਂ ਦੇ ਨਾਲ ਜੁੜਿਆ ਹੋਇਆ, ਉਹਦਾ ਮਸਲਾ ਹੱਲ ਕਿਸ ਤਰੀਕੇ ਨਾਲ ਹੋਵੇ। ਤੁਸੀਂ ਵੀ ਇਹ ਗੱਲ ਕਹਿ ਰਹੇ ਹੋ ਕਿ ਅਸੀਂ ਕਿਸਾਨਾਂ ਦੇ ਨਾਲ ਹੈ, ਉਹਨਾਂ ਦੇ ਪੱਖ 'ਚ ਹੈ, ਉਹਨਾਂ ਦਾ ਫਾਇਦਾ ਕਰਨਾ ਹੈ। ਫਿਰ ਜੇ ਅਗਲਿਆਂ ਨੂੰ ਨਹੀਂ ਲੱਗਦਾ ਕਿ ਸਾਡਾ ਫਾਇਦਾ ਹੋ ਰਿਹਾ ਹੈ, ਸਰਕਾਰ ਨੂੰ ਕਾਨੂੰਨ ਲੈ ਕੇ ਹੀ ਕਿਉਂ ਆਉਣੇ ਪੈਣ, ਕਿਉਂ ਲੈ ਕੇ ਆਉਣੇ ਪੈਣ ਜੇ ਇਹ ਚੀਜ਼ ਵੈਸੇ ਹੀ ਸੌਟ ਆਊਟ ਹੋ ਜੇ ਤਾਂ। ਦੇਖੋ ਬਰਾੜ ਸਾਹਿਬ 2013 ਤੋਂ ਲੈ ਕੇ 2020 ਤੱਕ ਜੋ 2014 ਚ ਮੋਦੀ ਸਰਕਾਰ ਬਣੀ ਹੈ ਉਹਨਾਂ ਨੇ ਐਮਐਸਪੀ ਦੇ ਕੇ ਕਿਸਾਨ ਦੀ ਆਮਦਨ ਦੁੱਗਣੀ ਕੀਤੀ ਵਧੀਆ ਕਿਉਂ। ਉਹਨਾਂ ਦੀ ਕੋਸ਼ਿਸ਼ ਹੈ ਕਿ 2022 ਤੱਕ ਆਮਦਨ ਦੁੱਗਣੀ ਹੋ ਜਾਏ। ਹੁਣ ਅਸੀਂ ਕੋਈ ਬਿੱਲ ਇੰਟਰੋਡਿਊਸ ਕੀਤਾ ਹੈ, ਕਿਸਾਨਾਂ ਨੂੰ ਪਸੰਦ ਨਹੀਂ ਆਇਆ। ਪਿੰਡ ਜਾ ਕੇ ਕਿਸਾਨਾਂ ਨਾਲ ਮਿਲ ਕੇ ਜਥੇਬੰਦੀਆਂ ਮਿਲ ਕੇ ਗੱਲ ਸਮਝਾਈਏ ਕਿ ਸਾਡਾ ਆਹ ਬਿੱਲ ਹੈ ਜੀ, ਉਹ ਬਿੱਲ ਉਹਨਾਂ ਸਮਝ ਚ ਨਹੀਂ ਆਏਗਾ, ਇਹ ਗੱਲ ਨਹੀਂ ਬਣੇਗੀ ਤੇ ਟੇਬਲ ਟਾਕ ਤੋਂ ਬਾਅਦ ਜੇ ਕੋਈ ਅਮੈਂਡਮੈਂਟ ਕਦੇ ਵੀ ਅਮੈਂਡਮੈਂਟ ਵੀ ਹੋ ਜਾਏਗੀ, ਕਿਹੜੀ ਵੱਡੀ ਗੱਲ ਹੈ। ਨਹੀਂ ਮੈਨੂੰ ਇੱਕ ਗੱਲ ਦੱਸੋ, ਚਲੋ ਮੈਨੂੰ ਇੱਕ ਸਪਸ਼ਟ ਜਵਾਬ ਦਿਓ। ਪੰਜਾਬ ਸਰਕਾਰ ਕਹਿ ਰਹੀ ਹੈ ਜਾਂ ਅਕਾਲੀ ਦਲ ਵੀ ਕਹਿ ਰਿਹਾ ਜਾਂ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ, ਇੱਕ ਤਰੀਕੇ ਨਾਲ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਹ ਕਹਿ ਰਹੀਆਂ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ, ਇਸੇ ਕਰਕੇ ਜਿਹੜਾ ਹੈ ਇਹ ਬਿੱਲ ਦੀ ਤਵੱਕੋ ਕੀਤੀ ਜਾ ਰਹੀ ਹੈ ਮੌਜੂਦਾ ਸੱਤਾਧਾਰੀ ਧਿਰ ਤੋਂ, ਕੈਪਟਨ ਸਰਕਾਰ ਤੋਂ ਸਿੱਧੇ ਤੌਰ ਤੇ। ਤੁਸੀਂ ਬੀਇੰਗ ਪੰਜਾਬ ਦੇ ਪੋਲੀਟੀਸ਼ੀਅਨ ਜਾਂ ਬੀਇੰਗ ਪੰਜਾਬ ਦੇ ਬੀਜੇਪੀ ਦੇ ਨੁਮਾਇੰਦੇ ਹੁੰਦੇ ਹੋਏ ਕਿ ਤੁਸੀਂ ਵੀ ਸਮਝਦੇ ਹੋ ਵੀ ਇਹ ਜਿਹੜਾ ਕੇਂਦਰ ਵਾਲਾ ਬਿੱਲ ਹੈ ਕਿਸਾਨ ਉਹਦੇ ਨਾਲ ਸਹਿਮਤ ਨਹੀਂ, ਇਹ ਨਹੀਂ ਲਾਗੂ ਹੋਣਾ ਚਾਹੀਦਾ, ਔਰ ਜੋ ਪੰਜਾਬ ਸਰਕਾਰ ਬਿੱਲ ਲੈ ਕੇ ਆ ਰਹੀ ਹੈ ਉਹ ਠੀਕ ਹੈ, ਇਹ ਸਮਝਦੇ ਹੋ ਤੁਸੀਂ? ਅਸੀਂ ਜਿਹੜੀ ਕੋਈ ਗੱਲ ਜਿਹੜਾ ਬਿੱਲ ਆ ਗਿਆ ਇੰਟਰੋਡਿਊਸ ਹੋ ਗਿਆ ਉਹ ਬਿੱਲ ਨਹੀਂ ਜਾਣਾ। ਪਹਿਲੀ ਗੱਲ ਤੇ ਹੈ ਵੀ ਕਿਆ ਵਿਧਾਨ ਸਭਾ ਪੰਜਾਬ ਵਿਧਾਨ ਸਭਾ ਕੰਪੀਟੈਂਟ ਹੈ ਉਹ ਬਿੱਲ ਰੱਦ ਕਰ ਸਕਦੀ ਹੈ, ਇਹ ਲੀਗਲ ਮੈਟਰ ਹੈ, ਇਹ ਕਾਨੂੰਨ ਦੇ ਮਾਰ ਦੇਖਣਗੇ ਤੇ ਕਿਤੇ ਸਟੈਂਡ ਵੀ ਕਰਦਾ ਕਿ ਨਹੀਂ ਕਰਦਾ। ਜਿਹੜੀ 3 ਲਿਸਟਾਂ ਬਣੀਆਂ ਹੈ, ਕੰਕਰੈਂਟ ਲਿਸਟ ਹੈ, ਸੈਂਟਰਲ ਲਿਸਟ ਹੈ, ਪੰਜਾਬ ਲਿਸਟ ਹੈ, ਇਹ ਕਿਹੜੀ ਲਿਸਟ ਇਹ ਸੈਂਟਰਲ ਲਿਸਟ ਆਉਂਦਾ। ਪੰਜਾਬ ਵਿਧਾਨ ਸਭਾ ਨੂੰ ਹੱਕ ਹੀ ਨਹੀਂ ਕੋਈ ਆਉਂਦਾ, ਇਹ ਸੁਪਰੀਮ ਕੋਰਟ ਜੇ ਤਾਂ ਵੀ ਸਟੈਂਡ ਨਹੀਂ ਕਰ ਰਿਹਾ। ਇਹ ਜੋ ਵੀ ਕਰਨਾ ਹੈ ਗੱਲਬਾਤ ਦਾ ਮੁੱਕਰ ਕਰਨਾ ਹੈ। ਜੇ ਕੈਪਟਨ ਸੰਜੀਦਾ ਨੇ ਚਾਹੁੰਦੇ ਆ ਤੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਜਾ ਕੇ ਬਿੱਲ ਜਾ ਕੇ ਵੀ ਪੰਜਾਬ ਦੀ ਸਮੱਸਿਆ ਦੀ ਹੱਲ ਕਰਨ ਚਾਹੁੰਦੇ ਆ, ਪ੍ਰਧਾਨ ਮੰਤਰੀ ਸਾਹਿਬ ਦੇ ਦਰਵਾਜ਼ੇ ਖੁੱਲੇ ਆ, ਭਾਰਤੀ ਜਨਤਾ ਪਾਰਟੀ ਦਰਵਾਜ਼ੇ ਖੁੱਲੇ ਆ, ਗੱਲ ਸਭ ਸਮੱਸਿਆ ਹੱਲ ਹੋ ਜਾਏਗੀ। ਲੇਕਿਨ ਉਪਰਾਲਾ ਨਹੀਂ ਕਰਦੇ। ਸੰਧੂ ਸਾਹਿਬ ਤੁਹਾਡਾ ਰਿਐਕਸ਼ਨ ਬੜਾ ਜ਼ਰੂਰੀ ਹੈ ਕਿ ਇਹ ਇੱਕ ਤਰੀਕੇ ਨਾਲ ਇਹੀ ਕਹਿਣ ਦੀ ਕੋਸ਼ਿਸ਼ ਹੈ ਕਿ ਇਹਦੇ ਨਾਲ ਹੋਣਾ ਕੁਝ ਨਹੀਂ। ਇਹ ਹੁਣ ਮੈਂ ਸ਼ਾਕਰ ਸਾਹਿਬ ਨੂੰ ਕੀ ਕਹਾਂ, ਸ਼ਾਕਰ ਸਾਹਿਬ ਨੇ ਗੁੰਮਰਾਹ ਹੋਣ ਦੀ ਗੱਲ ਕਰ ਲਈ। ਸ਼ਾਕਰ ਸਾਹਿਬ ਨੇ ਬਿੱਲ ਜਿਹੜਾ ਬੀਜੇਪੀ ਸਰਕਾਰ ਨੇ ਲੈ ਕੇ ਆਂਦਾ ਦਿੱਲੀ ਵਿੱਚ ਉਹਨੂੰ ਮੰਨ ਲਿਆ ਵੀ ਜੇ ਉਹਦੇ ਵਿੱਚ ਕੋਈ ਕਮੀ ਆ ਅਸੀਂ ਗੱਲਬਾਤ ਕਰਨ ਨੂੰ ਤਿਆਰ ਹੈ। 30 ਜਥੇਬੰਦੀਆਂ ਦਿੱਲੀ ਜਾਂਦੀਆਂ, ਉੱਥੇ ਫੂਡ ਸੈਕਟਰੀ ਨੇ ਨੂੰ ਮਿਲਾ ਦਿੰਦੇ ਆ, ਠੀਕ ਹੈ ਜੀ। ਫਿਰ ਕਹਿੰਦੇ ਜੀ ਵੀ ਟੇਬਲ ਟਾਕ ਫੇਲ ਹੋ ਗਈ। ਇੱਕ ਇਹੋ ਜਿਹਾ ਮਸਲਾ 2 ਦੇਸ਼ਾਂ ਦਾ ਮਸਲਾ ਬਣਾ ਦਿੰਦੇ ਜਿਹੜਾ ਮਸਲਾ ਹੋਣਾ ਹੀ ਨਹੀਂ ਚਾਹੀਦਾ ਸੀ। ਕਿੱਥੇ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਦੇ ਬਾਰੇ ਗੱਲ ਹੋਈ ਵੀ ਅਸੀਂ ਲਾਗੂ ਕਰਾਂਗੇ ਤੇ ਕਿੱਥੇ ਆਹ 3 ਕਾਲੇ ਕਾਨੂੰਨ ਲੈ ਕੇ ਆ ਗਏ ਜੀ। ਹੁਣ ਗੱਲ ਆ ਜਾਓ ਕਨਕਰੈਂਟ ਲਿਸਟ ਤੇ ਸਟੇਟ ਲਿਸਟ ਦੀ। ਇਹ ਜੇ ਤੁਸੀਂ ਸ਼ਬਦਾਂ ਦੀ ਹੀ ਕਰਨੀ ਹੈ ਤਬਦੀਲੀਆਂ ਵੀ ਤੁਸੀਂ ਐਗਰੀਕਲਚਰ ਦੀ ਥਾਂ ਤੇ ਟ੍ਰੇਡ ਵਰਤਣ ਲੱਪੋ ਤਾਂ ਫਿਰ ਤਾਂ ਸਟੇਟ ਕਨਕਰੈਂਟ ਕੀ, ਫਿਰ ਤਾਂ ਤੁਸੀਂ ਸੈਂਟਰਲ ਲਿਸਟ 'ਚ ਵੀ ਲੈ ਜਾਓਗੇ। ਦੇਖੋ ਨਾ ਸ਼ਬਦਾਂ ਦੀ ਹੇਰਾ ਫੇਰੀ ਨਾਲ ਤਾਂ ਵਿਜੇਪਾਲ ਜੀ ਤੁਸੀਂ ਕੁਛ ਮਰਜ਼ੀ ਕਰ ਸਕਦੇ ਹੋ। ਐਗਰੀਕਲਚਰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਸਟੇਟ ਸਬਜੈਕਟ ਹੈ। ਜਿਹੜਾ ਆਪਾਂ ਜਿਸ ਫਸਲਾਂ ਬਾਰੇ ਗੱਲ ਕਰਦੇ ਹਾਂ ਉਹ ਪਾਰਟ ਆਫ ਐਗਰੀਕਲਚਰ ਹੈ। ਇਹਨਾਂ ਨੇ ਘੁਮਾ ਕੇ ਇਹਨੂੰ ਟ੍ਰੇਡ ਬਣਾ ਲਿਆ ਹੈਗਾ, ਕਿੱਧਰ ਨੂੰ ਲੈ ਗਏ ਹੈਗੇ ਗੱਲ। ਸੋ ਮੈਂ ਤਾਂ ਹਿੰਮਤ ਦੀ ਦਾਤ ਦਿੰਦਾ ਵੀ ਸੀਨੀਅਰ ਲੀਡਰ ਹੈਗੇ ਆ ਬੀਜੇਪੀ ਦੇ ਵਿਚਾਰੇ, ਫਿਰ ਵੀ ਤੁਹਾਡੇ ਚੈਨਲ ਤੇ ਆ ਕੇ ਇੱਕ ਉਹਨਾਂ ਦਾ ਜ਼ਿੰਮੇਵਾਰੀ ਬਣਦੀ ਹੈ ਆਪਦੀ ਪਾਰਟੀ ਦੀਆਂ ਨੀਤੀਆਂ ਨੂੰ ਡਿਫੈਂਡ ਕਰਨਾ, ਪਰ ਇਹ ਚੀਜ਼ ਡਿਫੈਂਡ ਉਹਨਾਂ ਦੀ ਹੈ ਹੀ ਨਹੀਂ ਸਾਹਿਬ। ਪੂਰਾ ਪੰਜਾਬ ਕੀ ਇਹ ਤਾਂ ਅੰਦੋਲਨ ਤੁਸੀਂ ਦੇਖੋ ਵੀ ਤਕਰੀਬਨ ਪੂਰੇ ਦੇਸ਼ ਵਿੱਚ ਹੀ ਭਖ ਗਿਆ ਹੈਗਾ ਤੇ ਹੁਣ ਕਿੱਥੇ ਵੀ ਕੌਣ ਕਿਹਨੂੰ ਘਬਰਾ ਕਰੀ ਜਾਂਦਾ ਹੈ। ਸੰਧੂ ਸਾਹਿਬ ਜਿਹੜੀ ਕੱਲ ਦੀ ਪੂਰੀ ਕਾਰਵਾਈ ਰਹਿਣ ਵਾਲੀ ਹੈ ਉਸ ਕਾਰਵਾਈ ਦੇ ਵਿੱਚ ਤੁਸੀਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਜਿਹੜੀਆਂ ਸਾਹਮਣੇ ਨੇ, ਚਲੋ ਬੀਜੇਪੀ ਦਾ ਤਾਂ ਜੋ ਸਟੈਂਡ ਹੈ ਉਹ ਪਤਾ ਹੀ ਹੈ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਤੋਂ ਕੀ ਐਕਸਪੈਕਟ ਕਰਦੇ ਹੋ? ਕਿਉਂਕਿ ਅੱਜ ਉਹਨਾਂ ਦਾ ਜਿਹੜਾ ਰੋਸ ਸੀ ਜ਼ਿਆਦਾ ਉਹ ਤੁਹਾਡੇ ਪ੍ਰਤੀ ਦੇਖਣ ਨੂੰ ਮਿਲਿਆ ਕਿ ਸਰਕਾਰ ਗੰਭੀਰ ਨਹੀਂ ਹੈ। ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ ਮੁੱਦਾ ਇਸ ਕਿਸਮ ਦਾ ਹੁੰਦਾ ਹੈ ਇੱਕ ਵਾਹ ਦੀ ਜਿਹੜੀ ਹੁੰਦੀ ਹੈ ਕੋਸ਼ਿਸ਼ ਹੁੰਦੀ ਹੈ ਜੀ। ਜਦੋਂ ਅਕਾਲੀ ਦਲ ਨੇ ਤਾਂ ਉਦੋਂ
ਰੌਲਾ ਪਾਉਣਾ ਸ਼ੁਰੂ ਕੀਤਾ ਜਦੋਂ ਸਭ ਕੁਝ ਲੁਟਾਤਾ। ਠੀਕ ਹੈ ਜੀ, ਉਦੋਂ ਰੌਲਾ ਪਾਉਣ ਲੱਗ ਪਏ ਜਦੋਂ ਚੌਕੀਦਾਰ ਦੇ ਕੋਲੋਂ ਚੋਰੀ ਹੋ ਜੇ, ਸਭ ਕੁਝ ਲੈ ਜੇ, ਬਾਅਦ ਚ ਕਹਿੰਦੇ ਵੀ ਜਾਗਤੇ ਰਹੋ ਕਹਿੰਦੀ ਉਹਨਾਂ ਦਾ ਤਾਂ ਉਹ ਹਾਲ ਹੈ। ਆਮ ਆਦਮੀ ਪਾਰਟੀ ਨੇ ਜਿਹੜੀ ਗੱਲਬਾਤ ਕੀਤੀ ਹੈ ਉਹ ਜੇ ਉਹ ਕਿਸਾਨ ਹਿਤੈਸ਼ੀ ਜਾਂ ਕਿਸਾਨ ਬਾਰੇ ਗੱਲ ਕਰਨੀ ਹੈ, ਕੱਲ ਸਾਰਾ ਕੁਝ ਸਾਹਮਣੇ ਆਉਣਾ ਹੈ, ਸਾਰੀ ਡਿਸਕਸ਼ਨ ਹੋ ਸਕਦੀ ਹੈ। ਕਿਸ ਰੂਪ ਚ ਆਉਣਾ ਹੈ ਉਹ ਜਿਹੜਾ ਪਵਿੱਤਰ ਸਦਨ ਹੈਗਾ ਉਹਦੇ ਸਾਹਮਣੇ ਰੱਖਿਆ ਜਾਣਾ ਹੈ। ਜੋ ਵੀ ਆਉਣਾ ਹੈ, ਜਿਵੇਂ ਆਉਣਾ ਹੈ, ਉਹਦੇ ਵਿੱਚ ਇਹਨਾਂ ਸਾਰਿਆਂ ਦੀ ਹਿੱਸੇਦਾਰੀ ਹੈ। ਆਪਦੇ ਸਮੇਂ ਮੁਤਾਬਿਕ ਜੋ ਜਿਹੜੇ ਸਾਡੇ ਮਾਨਯੋਗ ਸਪੀਕਰ ਸਾਹਿਬ ਹੈਗੇ ਆ, ਜਿਸ ਤਰੀਕੇ ਨਾਲ ਕੱਲ ਉਹ ਸਦਨ ਉਹ ਦੇਖਣਗੇ, ਕਿਉਂਕਿ ਦੇਖੋ ਵਿਜੇਪਾਲ ਜੀ ਗੱਲ ਮੁੱਕਦੀ ਹੈ ਕਿ ਅੱਜ ਲੰਘ ਗਿਆ ਸ਼ਾਮ ਤਾਂ ਆਪਾਂ ਅੱਜ ਮੁੱਦਾ ਸ਼ਾਮ ਦਾ ਨਹੀਂ, ਮੁੱਦਾ ਤਾਂ ਫਿਰ ਵੀ ਉਹੀ ਇੱਕ ਹੀ ਹੈ ਕਿ ਜਿਹੜੇ ਕਾਲੇ 3 ਕਾਨੂੰਨ ਹੈ ਇਹਨਾਂ ਨਾਲ ਲੜਾਈ ਕਿਵੇਂ ਲੜਨੀ ਹੈ, ਇਹਨਾਂ ਨੂੰ ਰੋਕਣ ਲਈ, ਇਹਨਾਂ ਨੂੰ ਇੰਪਲੀਮੈਂਟ ਹੋਣ ਤੋਂ। ਔਰ ਜੇ ਉਹਦੇ ਵਿੱਚ ਅੱਜ ਦੇ ਦਿਨ ਦੇ ਵਿੱਚ ਤੁਸੀਂ ਕਹਿੰਦੇ ਵੀ ਅਕਾਲੀ ਦਲ ਦੀ ਵੀ ਉਹੀ ਸੋਚ ਹੈ ਤੇ ਆਮ ਆਦਮੀ ਪਾਰਟੀ ਦੀ ਉਹੀ ਸੋਚ ਹੈ, ਫਿਰ ਕੱਲ ਸਦਨ 'ਚ ਬੈਠ ਕੇ ਇਹ ਜਿਹੜੀ ਸਾਰੀ ਗੱਲਬਾਤ ਹੈਗੀ ਹੈ ਹੋ ਸਕਦੀ ਹੈਗੀ ਹੈ। ਔਰ ਉਸ ਦੀ ਮੈਂ ਕਹਿੰਦਾ ਸਭ ਨੂੰ ਤਿਆਰੀ ਕਰਨੀ ਚਾਹੀਦੀ ਹੈ ਜੀ। ਜੀ ਤਾਂ ਸਾਡੇ ਨਾਲ ਮਹਿਮਾਨ ਲਗਾਤਾਰ ਜੁੜੇ ਹੋਏ ਨੇ। ਕੈਪਟਨ ਸੰਦੀਪ ਸੰਧੂ ਨੇ ਆਪਣੀ ਗੱਲ ਰੱਖੀ ਹੈ, ਸਪਸ਼ਟ ਕੀਤਾ ਹੈ ਕਿ ਜੋ ਵੀ ਹੋਏਗਾ ਉਹ ਕੱਲ ਹੀ ਹੋਏਗਾ। ਅੱਜ ਉਸ ਦੀ ਕਿਸੇ ਨੂੰ ਕੋਈ ਜਾਣਕਾਰੀ ਜਾਂ ਕਿਸੇ ਦੇ ਨਾਲ ਕੋਈ ਡਾਕੂਮੈਂਟ ਸਾਂਝੇ ਨਹੀਂ ਕੀਤੇ ਜਾਣਗੇ। ਆਮ ਆਦਮੀ ਪਾਰਟੀ ਲਗਾਤਾਰ ਵਿਧਾਨ ਸਭਾ ਦੇ ਅੰਦਰ ਡਟੀ ਹੋਈ ਹੈ ਕਿ ਜਦੋਂ ਤੱਕ ਕਾਪੀ ਨਹੀਂ ਮਿਲਦੀ ਉਹ ਬਾਹਰ ਨਹੀਂ ਜਾਣਗੇ। ਅਕਾਲੀ ਦਲ ਨੇ ਵੀ ਅੱਜ ਧਰਨਾ ਪ੍ਰਦਰਸ਼ਨ ਕੀਤਾ, ਪੂਰਾ ਦਿਨ ਜਿਹੜਾ ਸੀ ਉਹ ਰੋਸ ਮੁਜ਼ਾਹਰੇ, ਨਾਅਰੇਬਾਜ਼ੀਆਂ ਦੇਖਣ ਨੂੰ ਸੁਣਨ ਨੂੰ ਮਿਲਦੀਆਂ ਰਹੀਆਂ, ਪਰ ਅਲਟੀਮੇਟਲੀ ਉਸ ਦਾ ਨਤੀਜਾ ਕੋਈ ਨਹੀਂ ਨਿਕਲ ਪਾਇਆ। ਕੱਲ ਨੂੰ ਜੋ ਵੀ ਹੋਣਾ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਕਾਰਵਾਈ ਦੇ ਦੌਰਾਨ ਪਤਾ ਲੱਗੇਗਾ। ਸਵੇਰੇ 10 ਵਜੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਹੋਏਗੀ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਅਸੀਂ ਲੈਣਾ। ਮਹਿਮਾਨ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਕੁਝ ਹੋਰ 1-2 ਨੁਕਤੇ ਨੇ ਜਿਨ੍ਹਾਂ ਤੇ ਗੱਲਬਾਤ ਸਾਂਝੀ ਕਰਨੀ ਹੈ। ਬਹੁਤ ਜਲਦੀ ਵਾਪਸ ਆ ਕੇ ਇਸ ਗੱਲਬਾਤ ਨੂੰ ਅੱਗੇ ਵਧਾਉਂਦੇ। ਤਾਂ ਅਸੀਂ ਲਗਾਤਾਰ ਗੱਲਬਾਤ ਕਰ ਰਹੇ ਹਾਂ ਇਸ ਵੇਲੇ ਅੱਜ ਦਾ ਜੋ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਰਿਹਾ, ਕੀ ਉਸ ਦੇ ਵਿੱਚੋਂ ਕੁਝ ਨਿਕਲਿਆ ਜਾਂ ਨਹੀਂ, ਵਿਰੋਧੀ ਪਾਰਟੀਆਂ ਦਾ ਕੀ ਰੁਖ ਹੈ, ਸੱਤਾਧਾਰੀ ਧਿਰ ਕੀ ਕਹਿੰਦੀ ਹੈ। ਕੈਪਟਨ ਸੰਦੀਪ ਸੰਧੂ ਸਾਡੇ ਨਾਲ ਜੁੜੇ ਸੀ, ਆਪਣੀ ਗੱਲ ਕਹਿ ਕੇ ਗਏ ਨੇ, ਸਪਸ਼ਟ ਤੌਰ ਤੇ ਕਹਿ ਦਿੱਤਾ ਜੋ ਵੀ ਹੋਏਗਾ ਕੱਲ ਹੋਏਗਾ, ਅੱਜ ਕਿਸੇ ਨੂੰ ਕੋਈ ਕਾਪੀ ਨਹੀਂ ਮਿਲੇਗੀ ਔਰ ਜੋ ਕੁਝ ਵੀ ਹੈ ਕੱਲ ਸਵੇਰੇ ਵਿਧਾਨ ਸਭਾ ਦੇ ਵਿੱਚ ਸਦਨ ਪਟਲ ਤੇ ਰੱਖਿਆ ਜਾਏਗਾ, ਉਸ ਤੋਂ ਬਾਅਦ ਹੀ ਅੱਗੇ ਗੱਲਬਾਤ ਹੋਏਗੀ। ਸਾਡੇ ਨਾਲ ਮਹਿਮਾਨ ਜੁੜੇ ਹੋਏ ਨੇ, ਬਲਜਿੰਦਰ ਕੌਰ ਆਦਮੀ ਪਾਰਟੀ ਤੋਂ, ਸਾਡੇ ਨਾਲ ਡਾਕਟਰ ਸੁਖਵਿੰਦਰ ਸਿੰਘ ਸੁੱਖੀ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ, ਔਰ ਰਣੇਸ਼ ਸ਼ਾਕਰ ਸਾਹਿਬ ਜੁੜੇ ਹੋਏ ਨੇ ਬੀਜੇਪੀ ਤੋਂ। ਅਸੀਂ ਸੁੱਖੀ ਜੀ ਤੁਹਾਡੇ ਕੋਲ ਮੈਂ ਆਉਂਗਾ। ਕੈਪਟਨ ਸੰਦੀਪ ਸੰਧੂ ਜੋ ਗੱਲਬਾਤ ਕਰਕੇ ਗਏ ਨੇ, ਹਾਲਾਂਕਿ ਬਹੁਤ ਗੱਲਾਂ ਉਹਨਾਂ ਨੇ ਅਕਾਲੀ ਦਲ ਬਾਰੇ ਵੀ ਕੀਤੀਆਂ ਨੇ ਕਿ ਪਹਿਲਾਂ ਅਕਾਲੀ ਦਲ ਦਾ ਕੀ ਰੁਖ ਸੀ, ਅੱਜ ਕੀ ਰਿਹਾ, ਔਰ ਜ਼ਿਆਦਾ ਫੋਕਸ ਅਕਾਲੀ ਦਲ ਦਾ ਜਿਹੜਾ ਹੈ ਉਹ ਕਾਂਗਰਸ ਪਾਰਟੀ ਨੂੰ ਭੰਡਣ ਤੇ ਰਿਹਾ। ਬੀਜੇਪੀ ਦਾ ਜਾਂ ਕੇਂਦਰ ਸਰਕਾਰ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਆਇਆ। ਸੋ ਮੇਰਾ ਸਵਾਲ ਸੁੱਖੀ ਜੀ ਇਹ ਹੈ ਵੀ ਜੇ ਹੁਣ ਤੁਹਾਡਾ ਇਹ ਮਨਸ਼ਾ ਇੱਕੋ ਹੈ ਕਿ ਜਿਹੜਾ ਕਾਨੂੰਨ ਬਣੇ ਨੇ ਕੇਂਦਰ ਦੇ ਪੱਧਰ ਤੇ ਉਹਨਾਂ ਨੂੰ ਕਿਸੇ ਤਰੀਕੇ ਰੋਕਿਆ ਜਾਵੇ, ਤਾਂ ਫਿਰ ਮਿਲ ਬੈਠ ਕੇ ਜਾਂ ਉਸ ਨੂੰ ਇੱਕ ਠੀਕ ਤਰੀਕੇ ਨਾਲ ਵੀ ਅੱਗੇ ਵਧਾਇਆ ਜਾ ਸਕਦਾ। ਜੇ ਇਸੇ ਤਰੀਕੇ ਨਾਲ ਸ਼ੋਰ ਸ਼ਰਾਬਾ ਜਾਂ ਨਾਅਰੇਬਾਜ਼ੀਆਂ 'ਚ ਕੰਮ ਚੱਲੀ ਜਾਊਗਾ ਫਿਰ ਤੇ ਕੱਲ ਨੂੰ ਵੀ ਕੁਝ ਨਹੀਂ ਲੱਭਣਾ। ਦੇਖੋ ਬਰਾੜ ਸਾਹਿਬ, ਸ਼੍ਰੋਮਣੀ ਅਕਾਲੀ ਦਲ ਜੀ ਇਹਨਾਂ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਸੀ ਉਹਨੂੰ ਰੱਦ ਕਰਾਉਣ ਦੇ ਲਈ ਕੈਪਟਨ ਸਰਕਾਰ ਦੇ ਨਾਲ ਬਿਲਕੁਲ हामी ਭਰਦੀ ਹੈ। ਉਹ ਇਸ ਪੁਆਇੰਟ ਤੇ हामी ਭਰਦੀ ਹੈ ਕਿ ਹਰ ਤਰ੍ਹਾਂ ਜੋ ਕਿਸਾਨ ਚਾਹੁੰਦਾ, ਜੋ ਕਿਸਾਨ ਦੇ ਹਿੱਤ 'ਚ ਆ, ਉਹ ਜਿਹੜੀ ਵੀ ਪਾਰਟੀ ਕਰੇ ਅਸੀਂ ਉਹਦੇ ਨਾਲ ਹਾਂ। ਔਰ ਅੱਜ ਸੰਧੂ ਸਾਹਿਬ ਦੀ ਹੈਰਾਨੀ ਹੋਈ ਕਿ ਇਹ ਟਰੈਕਟਰ ਤੇ ਚੜ੍ਹ ਕੇ ਆਏ। ਤੁਸੀਂ ਦੱਸੋ, ਇੱਕ ਐਮਐਲਏ ਦਾ ਇਹ ਪ੍ਰਿਵਿਲੇਜ ਆ, ਉਹ ਸਾਈਕਲ ਤੇ ਜਾਵੇ, ਉਹ ਸਕੂਟਰ ਤੇ ਜਾਵੇ, ਉਹ ਕਾਰ ਤੇ ਜਾਵੇ, ਉਹ ਟਰੈਕਟਰ ਤੇ ਜਾਵੇ। ਮੈਨੂੰ ਗੱਲ ਸਮਝ ਲੱਗੀ ਸਾਡਾ ਟਰੈਕਟਰ ਨੂੰ ਰੋਕਿਆ ਕਿਉਂ ਗਿਆ। ਇਹ ਆਪਣੇ ਆਪ ਇਹ ਇਸ ਤਰ੍ਹਾਂ ਦੀ ਰੁਕਾਵਟਾਂ ਪੈਦਾ ਕਰਦੇ ਆ ਕਿ ਦੂਸਰੀਆਂ ਜਿੰਨੀਆਂ ਵੀ ਆਪੋਜੀਸ਼ਨ ਪਾਰਟੀਆਂ ਆ ਉਹ ਕਿਤੇ ਚਲੋ ਤੁਸੀਂ ਆਪਾਂ ਕੋਈ ਟਰੈਕਟਰ ਤੇ ਆਇਆ ਜਾਂ ਕਾਰ ਤੇ ਆਇਆ ਜਾਂ ਉਹ ਇੱਕ ਵੱਖਰੇ ਮੁੱਦੇ ਨੇ ਜੀ। ਆਪਣਾ ਫੋਕਸ ਇਸ ਵੇਲੇ ਇਹ ਹੈ ਵੀ ਕੀ ਇਹਦਾ
ਪੰਜਾਬ ਚਲੋ ਤੁਸੀਂ ਸਪਸ਼ਟ ਦੱਸੋ ਕਿ ਪੰਜਾਬ ਸਰਕਾਰ ਇਹਦਾ ਹੱਲ ਕੱਢ ਲੇਗੀ ਜਾਂ ਜਿਹੜਾ ਕੋਈ ਕਾਨੂੰਨ ਆਊਗਾ ਦੇਖੋ, ਉਹ ਕੋਈ ਸੰਵਿਧਾਨਿਕ ਵੀ- ਤੌਰ ਤੇ ਵੈਲਿਡ ਹੋਏਗਾ? ਕੀ ਉਸ ਦਾ ਕੋਈ ਹੱਲ ਨਿਕਲਣ ਦੀ ਉਮੀਦ ਹੈ? ਜੇ ਹੈ ਤਾਂ ਕਿੰਨੀ ਕੁ ਹੈ? ਦੇਖੋ ਜੇਕਰ ਅਸੀਂ ਸਾਰੀਆਂ ਪਾਰਟੀਆਂ ਪਾਰਟੀਬਾਜੀ ਤੋਂ ਪੋਲਿਟਿਕਸ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਅਸੀਂ ਚੱਲਦੇ ਆ ਤਾਂ ਮੈਂ ਸਮਝਦਾ ਸੈਂਟਰ ਦੀ ਮੋਦੀ ਸਰਕਾਰ ਨੂੰ ਝੁਕਾਉਣਾ ਬਹੁਤ ਸੌਖਾ ਆ। ਅੱਜ ਬਾਰ-ਬਾਰ ਗੱਲ ਆਈ, ਅਸੀਂ ਬਾਰ-ਬਾਰ ਸਾਰਿਆਂ ਨੇ ਮੰਗ ਕੀਤੀ ਕਿ ਤੁਸੀਂ ਜਿਹੜਾ ਕੱਲ ਬਿੱਲ ਲੈ ਕੇ ਆਣਾ ਉਹਦੀ ਅੱਜ ਕਾਪੀ ਸਾਨੂੰ ਦੇ ਦਿਓ ਜੀ। ਇਹ ਕਾਪੀ ਪਤਾ ਨਹੀਂ ਕਿਹਨੂੰ ਕਾਪੀ ਦੇਣੀ ਹੈ, ਨਹੀਂ ਸਾਨੂੰ ਅੱਜ ਕਾਪੀ ਦਿੰਦੇ, ਅਸੀਂ ਪੜ੍ਹਦੇ। ਨਹੀਂ, ਉਹ ਹਜੇ ਤਾਂ ਇਹ ਨਹੀਂ ਪਤਾ ਜੀ ਵੀ ਉਹ ਮਤਾ ਹੋਏਗਾ ਜਾਂ ਬਿੱਲ ਹੋਏਗਾ, ਇਹ ਵੀ ਨਹੀਂ ਸੰਧੂ ਸਾਹਿਬ ਨੇ ਸਪਸ਼ਟ ਕੀਤਾ। ਕਾਂਗਰਸ ਜੇਕਰ ਦਿਲੋਂ ਪਤਾ ਨਹੀਂ ਚੱਲ ਰਿਹਾ, ਜੇਕਰ ਦਿਲੋਂ ਕਰਨਾ ਚਾਹੁੰਦੀ ਆ ਤਾਂ ਕਿਉਂਕਿ ਅਸੀਂ ਕਿਉਂ ਬਾਰ-ਬਾਰ ਬਿੱਲ ਮੰਨਦੇ ਆ, ਕਿਉਂਕਿ 2004 ਦੇ ਵਿੱਚ ਕੈਪਟਨ ਸਾਹਿਬ ਨੇ ਜਿਹੜਾ ਪਾਣੀਆਂ ਦਾ ਬਿੱਲ ਲੈ ਕੇ ਆਂਦਾ ਸੀ, ਉਹਨਾਂ ਨੇ ਉਸੇ ਵੇਲੇ ਰੱਖਿਆ, ਉਸੇ ਵੇਲੇ ਪਾਸ ਕਰਾ ਲਿਆ। ਉਹਦੇ ਵਿੱਚ ਨੁਕਸਾਨ ਪੰਜਾਬ ਦਾ ਕੀ ਹੋਇਆ? ਅੱਜ ਜੇ ਉਹਨਾਂ ਨੇ ਮੰਨ ਲਿਆ ਕਿ ਜਿਹੜਾ ਹਰਿਆਣੇ ਨੂੰ ਪਾਣੀ ਜਾਏਗਾ ਪਾਣੀ ਜਾਂਦਾ ਰਹੇਗਾ, ਜੋ ਰਾਜਸਥਾਨ ਨੂੰ ਪਾਣੀ ਜਾਂਦਾ ਉਹ ਜਾਂਦਾ ਰਹੇਗਾ, ਜੋ ਕਿਸੇ ਹੋਰ ਸੂਬੇ ਨੂੰ ਪਾਣੀ ਜਾਂਦਾ ਉਹ ਜਾਂਦਾ ਰਹੇਗਾ। ਜੇਕਰ ਉਸ ਵੇਲੇ ਕਿਤੇ ਦੋ ਦਿਨ ਪਹਿਲਾਂ ਉਹ ਬਿੱਲ ਲਿਆਇਆ ਜਾਂਦਾ ਤਾਂ ਰੂਬੀਨੀਅਨ ਜਿਹੜਾ ਸਾਡਾ ਐਕਟ ਆ ਉਹਦੇ ਮੁਤਾਬਕ ਅਸੀਂ ਗੱਲ ਕਰ ਸਕਦੇ ਸੀ, ਅਸੀਂ ਇਹ ਪਾਣੀ ਦੀ ਰਾਖੀ ਕਰ ਸਕਦੇ ਸੀ। ਇਹ ਜੇ ਉਸ ਵੇਲੇ ਗਲਤੀ ਹੋਈ ਆ, ਅਸੀਂ ਇਹ ਬਾਰ-ਬਾਰ ਤੁਸੀਂ ਤੁਸੀਂ ਕੱਲ ਨੂੰ ਜੇ ਸਰਕਾਰ ਬਿੱਲ ਲਿਆਉਂਦੀ ਹੈ, ਸਰਕਾਰ ਦੇ ਨਾਲ ਡਟ ਕੇ ਖੜੋਗੇ? ਬਿਲਕੁਲ, ਜੇਕਰ ਉਹ ਕਿਸਾਨਾਂ ਦੇ ਹਿੱਤ ਦੇ ਵਿੱਚ ਕਿਸਾਨਾਂ ਦੀ ਮਰਜ਼ੀ ਦੇ ਮੁਤਾਬਕ ਲੈ ਕੇ ਆਂਦੀ ਆ, ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਖੜੇਗਾ, ਕਿਉਂਕਿ ਸਾਡਾ ਮਕਸਦ ਤਾਂ ਇਹੀ ਹੈ। ਬਲਜਿੰਦਰ ਕੌਰ ਜੀ, ਅਕਾਲੀ ਦਲ ਦੀ ਰੀੜ ਦੀ ਹੱਡੀ ਜਿਹੜੀ ਠੀਕ ਹੈ ਮੈਂ ਦੁਬਾਰਾ ਆਉਣਾ ਤੁਹਾਡੇ ਕੋਲੇ। ਬਲਜਿੰਦਰ ਕੌਰ ਜੀ, ਤੁਸੀਂ ਹੁਣ ਕਿਵੇਂ ਦੇਖਦੇ ਹੋ? ਉਹ ਤਾਂ ਸਪਸ਼ਟ ਕਰਤਾ ਉਹਨਾਂ ਨੇ ਤਾਂ ਕਿ ਜੀ ਕੋਈ ਕਾਪੀ ਕਿਸੇ ਨੂੰ ਨਹੀਂ ਮਿਲੇਗੀ, ਚਾਹੇ ਕੋਈ ਮਤਾ ਹੋਏਗਾ, ਚਾਹੇ ਕੋਈ ਬਿੱਲ ਹੋਏਗਾ, ਜੋ ਵੀ ਹੋਏਗਾ ਕੱਲ ਨੂੰ ਹੀ ਆਏਗਾ ਸਾਹਮਣੇ। ਸੋ ਤੁਸੀਂ ਹੁਣ ਕੀ, ਤੁਹਾਡੀ ਸਟ੍ਰੈਟਜੀ ਕੀ ਹੈ? ਤੁਸੀਂ ਉੱਥੇ ਹੀ ਡਟੇ ਰਹੋਗੇ ਜਾਂ ਫਿਰ ਕੋਈ ਨਵੇਂ ਤਰੀਕੇ ਦਾ ਹੀ ਕੁਝ ਪਲੈਨਿੰਗ ਕਰੋਗੇ, ਸਟ੍ਰੈਟਜੀ ਬਣਾਓਗੇ? ਦੇਖੋ ਇਹ ਕੋਈ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਤੇ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਆ ਕਿ ਭਾਵੇਂ ਸੰਧੂ ਸਾਹਿਬ ਹੋਰਾਂ ਨੇ ਜਿਹੜੀ ਗੱਲ ਕੀਤੀ ਕਿ ਜਿਹੜੀ ਬਿੱਲ ਦੀ ਕਾਪੀ ਆ ਫਿਰ ਮਤੇ ਦੀ ਕਾਪੀ ਅਸੀਂ ਸਵੇਰੇ ਹੀ ਦਵਾਂਗੇ, ਇਹ ਕੋਈ ਹਾਊਸ ਦੀ ਮਰਿਆਦਾ ਨਹੀਂ। ਇੱਥੋਂ ਸਾਫ਼ ਤੇ ਸਪਸ਼ਟ ਸ਼ੋ ਹੁੰਦਾ ਆ ਕਿ ਬਈ ਜਿਹੜੀ ਸਰਕਾਰ ਆ ਪੂਰੀ ਤਰ੍ਹਾਂ ਦੇ ਨਾਲ ਇਸ ਵੇਲੇ ਗੈਰ ਜ਼ਿੰਮੇਵਾਰ ਉਹਨਾਂ ਦਾ ਜਿਹੜਾ ਰਵੱਈਆ ਰੁੱਖ ਆ ਉਹ ਤੈਅ ਹੋ ਰਿਹਾ ਆ। ਮਤਲਬ ਜਿਹੜਾ ਆ ਸਾਰਾ ਜਿਹੜਾ ਮੈਂ ਤਾਂ ਇਹ ਕਹੂੰਗੀ ਕਿ ਜਿਹੜਾ ਇਹ ਸਾਰਾ ਮਹਿਜ਼ ਸੈਸ਼ਨ ਬੁਲਾਇਆ ਜਾ ਰਿਹਾ, ਤੇ ਫਿਰ ਸੈਸ਼ਨ ਬੁਲਾਉਣ ਦੀ ਇੰਨਾ ਵੱਡਾ ਡਰਾਮਾ ਕਰਨ ਦੀ ਕੋਈ ਲੋੜ ਹੀ ਨਹੀਂ ਸੀਗੀ, ਜਦੋਂ ਸਰਕਾਰ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਜਿਹੜੇ ਅਸੀਂ ਮਤਿਆਂ ਦੀ ਗੱਲ ਕਰ ਰਹੇ ਹਾਂ ਅਸੀਂ ਉਹਨੂੰ ਟੇਬਲ ਤੇ ਨਹੀਂ ਰੱਖਾਂਗੇ, ਉਹਨੂੰ ਅਸੀਂ ਦੇਵਾਂਗੇ ਨਹੀਂ ਵਿਚਾਰ ਚਰਚਾ ਕਰਨ ਦੇ ਲਈ। ਤਾਂ ਫਿਰ ਇੰਨੇ ਜਿਹੜੇ ਐਕਸਪੈਂਸਸ ਹੈ ਜਾਂ ਫਿਰ ਲੋਕਾਂ ਦੀ ਨਿਗਾਹ ਦੇ ਵਿੱਚ ਇੱਕ ਵਾਰੀ ਫਿਰ ਜਿਹੜੀ ਧੂਲ ਝੋਕੀ ਜਾ ਰਹੀ ਹੈ, ਦੁਬਾਰਾ ਫਿਰ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ, ਗੁੰਮਰਾਹ ਕਰਨ ਦੀ ਲੋੜ ਹੀ ਨਹੀਂ ਸੀਗੀ। ਸੋ ਜਿੱਥੇ ਮੋਦੀ ਸਰਕਾਰ ਜਿਹੜੀ ਹੈ ਰੱਜ ਕੇ ਸਿਆਸਤ ਕਰ ਰਹੀ ਆ, ਰੱਜ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਪਾਗਲ ਬਣਾਉਣ ਵਾਲੀਆਂ ਗੱਲਾਂ ਕਰ ਰਹੀਆਂ ਕਿ ਬਈ ਬਿੱਲ ਤਾਂ ਬਹੁਤ ਕਿਸਾਨਾਂ ਦੇ ਹਤਾਇਸ਼ੀ ਨੇ, ਕਿਸਾਨਾਂ ਦੇ ਪੱਖ ਚ ਨੇ, ਤੇ ਫਿਰ ਇੰਨੀ ਜ਼ੋਰਤ ਆ ਕਿਸੇ ਦੀ ਤਾਂ ਫਿਰ ਆ ਕੇ ਪੰਜਾਬ ਚ ਜਿਹੜੇ ਧਰਨੇ ਲੱਗ ਰਹੇ ਨੇ, ਜੇ ਕਿਸੇ ਦੀ ਇੰਨੀ ਹਿੰਮਤ ਆ ਤਾਂ ਆ ਕੇ ਉਹਨਾਂ ਧਰਨਿਆਂ ਦੇ ਵਿੱਚ ਕਿਉਂ ਨਹੀਂ ਬੈਠ ਜਾਂਦੇ? ਅੱਜ ਭਾਵੇਂ ਉਹ ਸ਼੍ਰੋਮਣੀ ਅਕਾਲੀ ਦਲ ਆ, ਭਾਵੇਂ ਅੱਜ ਉਹ ਕਾਂਗਰਸ ਆ, ਤੇ ਭਾਵੇਂ ਉਹ ਮੋਦੀ ਸਰਕਾਰ ਆ, ਤਿੰਨਾਂ ਦੇ ਵਿੱਚੋਂ ਕਿਸੇ ਵੀ ਪਾਰਟੀ ਦੀ ਕਿਸੇ ਵੀ ਦੀ ਹਿੰਮਤ ਨਹੀਂ ਹੈ ਕਿ ਅੱਜ ਲੋਕਾਂ ਦੇ ਰਾਹ ਕਿਸਾਨਾਂ ਦੇ ਨਾਲ ਜਾ ਕੇ ਧਰਨੇ 'ਚ ਬੈਠਣ, ਕਿਉਂਕਿ ਸਾਫ਼ ਸਪਸ਼ਟ ਪਤਾ ਆ ਜੇ ਅੱਜ ਪੰਜਾਬ ਨੂੰ ਇਹ ਕਾਲੇ ਦਿਨ ਦੇਖਣੇ ਪੈ ਰਹੇ ਨੇ ਤਾਂ ਇਹਨਾਂ ਸਾਰਿਆਂ ਦੀ ਬਦੌਲਤ ਹੈ। ਇਸ ਵੇਲੇ ਹਰ ਕੋਈ ਜਿਹੜਾ ਸਿਆਸਤ ਕਰ ਰਿਹਾ, ਪਰ ਮਾਫ ਕਰਨਾ ਮੈਂ ਇੱਕ ਗੱਲ ਕਹੂੰਗੀ ਕਿ ਸਿਆਸਤ ਕਰਨ ਦਾ ਸਮਾਂ ਨਹੀਂ ਆ। ਜੇ ਜਿਸ ਮਕਸਦ ਲਈ ਹਾਊਸ ਬੁਲਾਇਆ ਗਿਆ, ਜਿਸ ਮਕਸਦ ਲਈ ਵਿਧਾਨ ਸਭਾ ਬੁਲਾਈ ਗਈ ਸੀ, ਜੇ ਉਹ ਬਿੱਲ ਨਹੀਂ ਰੱਖੇ ਗਏ, ਜੇ ਉਹ ਮਤੇ ਨਹੀਂ ਸਾਨੂੰ ਦਿੱਤੇ ਜਾਂਦੇ ਤਾਂ ਫਿਰ ਸਾਨੂੰ ਸੱਦਿਆ ਕਾਹਦੇ ਲਈ? ਇੱਥੇ ਕਾਹਦੇ ਲਈ ਐਡਾ ਵੱਡਾ ਨਾਟਕ ਕੀਤਾ ਜਾ ਰਿਹਾ? ਅਸੀਂ ਇੱਥੇ ਹੀ ਬੈਠੇ ਹਾਂ ਔਰ ਬੈਠੇ ਰਹਾਂਗੇ ਜਦੋਂ ਤੱਕ ਜਿਹੜੇ ਬਿੱਲਾਂ ਦੀ ਕਾਪੀ, ਜਦੋਂ ਤੱਕ ਮਤਿਆਂ ਦੀ ਕਾਪੀ ਸਾਨੂੰ ਨਹੀਂ ਦਿੱਤੀ ਜਾਂਦੀ। ਜਿਹੜਾ ਸਾਡਾ ਕੰਮ ਆ, ਜਦੋਂ ਤੱਕ ਅਸੀਂ ਉਹਦੇ 'ਚ ਪੂਰੇ ਨਹੀਂ ਉਤਰ ਜਾਂਦੇ, ਅਸੀਂ ਇੱਥੇ ਉੱਠਣ ਵਾਲਿਆਂ 'ਚੋਂ ਨਹੀਂ ਆ। ਠੀਕ ਹੈ ਸ਼ਾਕਰ ਸਾਹਿਬ, ਇਹ ਤੇ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੇ ਗੱਲ ਹੋ ਰਹੀ ਹੈ, ਇਸ ਦੀਆਂ ਟੈਕਨੀਕੈਲਿਟੀਜ਼ ਤੇ ਗੱਲ ਹੋ ਰਹੀ ਹੈ ਕਿ ਕਿਸ ਤਰੀਕੇ ਨਾਲ ਇਹ ਕਵਾਇਦ ਅੱਗੇ ਚੱਲੇਗੀ। ਪਹਿਲਾਂ ਵੀ ਬੜੇ ਸਾਰੇ ਜਿਹੜੇ ਐਸੇ ਕਾਨੂੰਨ ਬਣੇ ਨੇ ਔਰ ਬਾਅਦ ਦੇ ਵਿੱਚ ਸਟੇਟਾਂ ਬਥੇਰੀ ਕੋਸ਼ਿਸ਼ ਕਰਦੀਆਂ, ਪਰ ਉਹ ਸੰਵਿਧਾਨਿਕ ਤੌਰ ਤੇ ਕਈ ਵਾਰੀ ਚੀਜ਼ਾਂ ਵੈਲਿਡ ਨਹੀਂ ਹੁੰਦੀਆਂ। ਅਸੀਂ ਵੀ ਜਿੰਨੀ ਕੁ ਸਾਡਾ ਐਕਸਪੀਰੀਅੰਸ ਹੈ ਜਾਂ ਅਸੀਂ ਪੋਲਿਟਿਕਸ ਕਵਰ ਕਰਦੇ ਹਾਂ, ਅਸੀਂ ਵੀ ਉਹਨਾਂ ਚੀਜ਼ਾਂ ਨੂੰ ਸਮਝਦੇ ਹਾਂ ਵੀ ਇਹ ਜਿਹੜਾ ਸੈਸ਼ਨ ਬੁਲਾਇਆ ਗਿਆ, ਜਦੋਂ ਕਿਸਾਨਾਂ ਨੇ ਕਿਹਾ ਕਿ ਸਰਕਾਰ ਇੱਕ ਬਿੱਲ ਲਿਆ ਕੇ ਇਸ ਨੂੰ ਰੱਦ ਕਰੇ, ਉਸ ਤੋਂ ਬਾਅਦ ਹੁਣ ਕਾਨੂੰਨੀ ਨੁਕਤੇ ਸਰਕਾਰ ਵਿਚਾਰ ਰਹੀ ਹੈ। ਪਰ ਕਾਨੂੰਨੀ ਨੁਕਤਿਆਂ ਦੇ ਵਿੱਚ ਜਿਵੇਂ ਗੱਲ ਬਲਜਿੰਦਰ ਕੌਰ ਹੋਰਾਂ ਨੇ ਕੀਤੀ ਵੀ ਜੇ ਬੀਜੇਪੀ ਜਿਹੜੀ ਇਹ ਦਾਅਵੇ ਕਰ ਰਹੀ ਹੈ ਕਿ ਕਿਸਾਨਾਂ ਦੇ ਪੱਖੀ ਹੈ, ਕਿਸਾਨਾਂ ਦਾ ਫਾਇਦਾ ਹੋ ਰਿਹਾ ਹੈ, ਜੇ ਸਾਰਿਆਂ ਨੂੰ ਲੱਗ ਰਿਹਾ ਹੈ, ਤੁਹਾਡੇ ਭਾਈਵਾਲ ਅਕਾਲੀ ਦਲ ਤੁਹਾਡੇ ਤੋਂ ਵੱਖ ਹੋ ਗਏ, ਅਸਤੀਫਾ ਤੱਕ ਦੇ ਗਏ, ਜੇ ਉਹਨਾਂ ਨੂੰ ਵੀ ਲੱਗ ਰਿਹਾ, ਸਾਰਿਆਂ ਨੂੰ ਹੀ ਲੱਗ ਰਿਹਾ ਵੀ ਇਹ ਨਹੀਂ
ਫਾਇਦੇਮੰਦ ਕਿਸਾਨਾਂ ਦੇ ਲਈ, ਤਾਂ ਫਿਰ ਅੜੀ ਕਿਸ ਗੱਲ ਦੀ ਹੈ? ਤੁਸੀਂ ਕਹਿ ਰਹੇ ਹੋ ਅਸੀਂ ਮੀਟਿੰਗਾਂ ਕਰਾਂਗੇ, ਕਦੋਂ ਕਰੋਗੇ? ਇੱਕ ਵਾਰੀ ਜਿਸ ਤਰੀਕੇ ਨਾਲ ਬੁਲਾਇਆ ਸੀ ਉਹ ਤਾਂ ਸਾਰਿਆਂ ਨੇ ਦੇਖ ਲਿਆ, ਇਸ ਤਰੀਕੇ ਨਾਲ ਤਾਂ ਗੱਲ ਕਦੇ ਵੀ ਸਿਰੇ ਨਹੀਂ ਚੜ ਸਕਦੀ। ਮੇਰੀ ਬੇਨਤੀ ਹੈ ਜੀ, ਦੋ ਗੱਲਾਂ ਨੇ। ਪਹਿਲੀ ਗੱਲ ਤੇ ਹੈ ਕਿ ਜਿਹੜੇ ਸੰਧੂ ਸਾਹਿਬ ਨੇ ਗੱਲ ਕਹੀ ਕਿ ਇਹ ਅਸੀਂ ਬਿੱਲ ਇੰਟਰੋਡਿਊਸ ਕਰਿਆ, ਕੱਲ ਦਿਆਂਗੇ, ਅੱਜ ਦੱਸਾਂਗੇ ਕਿਸੇ ਨੂੰ, ਬੜਾ ਲੁਕੋ ਕੇ ਰੱਖਿਆ ਦਾ, ਕੱਲ ਦੱਸਾਂਗੇ, ਕੱਲ ਬਹਿਸ ਹੋਏਗੀ। ਇਹ ਜਿਹੜਾ ਬਿੱਲ ਹੈ ਖੇਤੀਬਾੜੀ ਦਾ, ਜਿਹੜਾ ਮੋਦੀ ਸਾਹਿਬ ਲੈ ਕੇ ਆਏ ਹੈ, ਇਹਦੀ ਸ਼ੁਰੂਆਤ ਕਿਹਨੇ ਕੀਤੀ? 2013 ਦੇ ਵਿੱਚ ਜਦ ਮਨਮੋਹਨ ਸਿੰਘ ਜੀ ਪ੍ਰਧਾਨ ਮੰਤਰੀ ਸੀਗੇ ਤੇ ਕਪਿਲ ਸਿੱਬਲ ਜੀ ਦੇ ਬੜੇ ਸਪੋਰਟ ਕਰਕੇ ਪਾਰਲੀਮੈਂਟ 'ਚ ਬੋਲੇ ਕਿ ਇਹਨਾਂ ਚੰਗਾ ਕੋਈ ਬਿੱਲ ਨਹੀਂ ਹੋ ਸਕਦਾ। ਅੱਜ ਉਹੀ ਤੁਸੀਂ ਮੰਨਦੇ ਹੋ ਵੀ ਉਦੋਂ ਗਲਤ ਸੀ? ਗੱਲ ਤਾਂ ਅਸੀਂ ਸਪੋਰਟ ਕਿਉਂ ਕਰਦੇ? ਉਹੀ ਬਿੱਲ ਲੈ ਕੇ ਅਸੀਂ ਅੱਜ ਇੰਟਰੋਡਿਊਸ ਕੀਤਾ, ਉਹੀ ਬਿੱਲ ਅੱਜ ਪਾਸ ਕੀਤਾ। ਮੇਰੀ ਇੱਕ ਬੇਨਤੀ ਹੋਰ ਹੈ, ਇੱਕ ਗੱਲ ਤੁਹਾਡੇ ਪਹਿਲਾਂ ਵੀ ਆਈ ਸੀ ਕਿ ਉਹ ਵਿਚਰੀ ਹੋ ਗਈ ਜੀ, ਸੰਧੂ ਸਾਹਿਬ ਨੇ ਕਿਹਾ ਤੇ ਵਿਧਾਨ ਸਭਾ ਭੰਗ ਕਰਤੀ, ਸਸਪੈਂਡ ਕਰਤੀ, ਪੋਸਟਪੋਨ ਕਰਤੀ, ਡਿਸਮਿਸ ਕਰਤੀ ਕੱਲ ਵਾਸਤੇ। ਕਿੰਨੀਆਂ ਐਸੀਆਂ ਐਗਜ਼ਾਮਪਲ ਮਿਲ ਸਕਦੀਆਂ ਹੈ? ਉਹ ਵਿਚਰੀ ਤੋਂ ਬਾਅਦ ਵੀ ਸੈਸ਼ਨ ਹੋਇਆ, ਜੇ ਸਰਕਾਰ ਦੀ ਨੀਅਤ ਸਾਫ਼ ਹੋ ਗਈ। ਉਹ ਤੇ ਅੱਜ ਵੀ ਹੋਇਆ ਹੈ ਸ਼ਾਕਰ ਸਾਹਿਬ, ਉਹ ਤੇ ਵਿਚਰੀ ਤੋਂ ਬਾਅਦ ਅੱਜ ਵੀ ਹੋਇਆ। ਹਰਿਆਣਾ ਵਿਧਾਨ ਸਭਾ ਨਾਲ ਲੱਗਦੀ ਹੈ, ਕੰਧ ਸਾਂਝੀ ਹੈ, ਉੱਥੇ ਹਮੇਸ਼ਾ ਹੀ ਹੁੰਦਾ ਹੈ। ਠੀਕ ਹੈ, ਉਹ ਜਿਹੜੇ ਬਿੱਲ ਦਿੱਤਾ ਨਹੀਂ ਦਿੱਤਾ ਉਹਦੇ 'ਚ ਤੁਸੀਂ ਉਦੋਂ ਸਰਕਾਰ ਦੇ ਵਿੱਚ ਹੁੰਦੇ ਸੀ, ਜੋ ਸੱਤਾ ਸੀਗੀ ਤੁਹਾਡੀ ਅਕਾਲੀ ਦਲ ਨਾਲ ਭਾਈਵਾਲ ਸੀ, ਉਦੋਂ ਕਿਹੜਾ ਕਦੇ ਕਿਸੇ ਨੇ ਬਿੱਲ ਦੀ ਕਾਪੀ ਦਿੱਤੀ? ਅਸੀਂ ਤੇ ਕਵਰ ਕਰਦੇ ਆ ਰਹੇ ਹਾਂ, ਸਾਡਾ ਤੇ ਆਪ ਦਾ ਤਜਰਬਾ ਉਦੋਂ ਦਾ, ਕਦੇ ਮੀਡੀਆ ਨੂੰ ਵੀ ਨਹੀਂ ਮਿਲੇ ਅੱਜ ਤੱਕ ਬਿੱਲ। ਸਾਨੂੰ ਤੇ ਆਪ ਉੱਥੇ ਹੀ ਪਤਾ ਲੱਗਦਾ ਸੀ ਵੀ ਬਿੱਲ ਦੇ ਵਿੱਚ ਕੀ ਹੈ, ਨਾ ਕੁਝ ਸਮਝ ਆਉਂਦਾ ਸੀ। ਇਹ ਕਾਰਵਾਈ ਇਹ ਕਵਾਇਦ ਤੇ ਚੱਲਦੀ ਆ ਰਹੀ ਹੈ। ਮੈਂ ਬੇਸਿਕਲੀ ਗੱਲ ਇਹ ਹੈ ਕਿ ਇੱਕੋ ਹੀ ਬਿੱਲ ਦੀ ਕਾਪੀ ਨਹੀਂ ਦਿੱਤੀ ਜਾਂ ਕਦੋਂ ਦੇਣੀ ਹੈ, ਜਾਂ ਤੁਸੀਂ ਪੁਰਾਣੀਆਂ ਉਸ ਦੇ ਵਿੱਚ ਗੱਲਾਂ ਕਰੋ। ਸਵਾਲ ਅੱਜ ਦੀ ਡੇਟ 'ਚ ਇਹ ਹੈ ਵੀ ਸਰਕਾਰ ਇੱਕ ਕਾਨੂੰਨ ਲੈ ਕੇ ਆ ਰਹੀ ਹੈ ਜਿਹਦੇ ਤੇ ਬੜੀਆਂ ਸਾਰੀਆਂ ਸੰਵਿਧਾਨਿਕ ਇੰਪਲੀਕੇਸ਼ਨਸ ਨੇ ਕਿ ਉਹ ਕੱਲ ਨੂੰ ਉਹਨੂੰ ਕੋਈ ਮਨਜ਼ੂਰੀ ਗਾ ਮਿਲੇਗੀ ਵੀ ਜਾਂ ਨਹੀਂ, ਜਾਂ ਉਹ ਸਿਰਫ ਇੱਕ ਕਿਸਾਨਾਂ ਨੂੰ ਉਹਨਾਂ ਨੂੰ ਦਿਖਾਉਣ ਦੇ ਲਈ ਜਾਂ ਉਹਨਾਂ ਦੇ ਅੰਡਰ ਪ੍ਰੈਸ਼ਰ ਲਿਆਂਦਾ ਜਾ ਰਿਹਾ ਹੈ। ਪਰ ਕੁੱਲ ਮਿਲਾ ਕੇ ਸਵਾਲ ਓਡੇ ਵੱਡੇ ਨਾ ਅਕਾਲੀ ਦਲ ਤੇ ਨੇ, ਨਾ ਆਮ ਆਦਮੀ ਪਾਰਟੀ ਤੇ ਨੇ, ਨਾ ਕਾਂਗਰਸ ਪਾਰਟੀ ਤੇ ਨੇ, ਜਿਹੜੇ ਬੀਜੇਪੀ ਤੇ ਨੇ, ਕਿ ਜੇ ਤੁਸੀਂ ਲੈ ਕੇ ਆਏ ਹੋ ਤਾਂ ਤੁਸੀਂ ਇਹਦਾ ਫਿਰ ਕੋਈ ਮਸਲਾ ਹੱਲ ਕਰਾਓ। ਤੁਸੀਂ ਪੰਜਾਬ ਦੀ ਲੀਡਰਸ਼ਿਪ, ਜੇ ਵੋਟਾਂ ਦਾ ਵੀ ਆਪਾਂ ਮੰਨ ਲਈਏ ਕਿ ਵੋਟਾਂ ਵੀ ਪਾਰਟੀਆਂ ਵੇਖਦੀਆਂ, ਸਿਆਸਤ ਨੋ ਡਾਊਟ ਸਭ ਨੇ ਦੇਖਣੀ ਹੁੰਦੀ ਹੈ, ਆਪਦਾ ਪੋਲੀਟੀਕਲ ਗਰਾਊਂਡ ਦੇਖਣਾ ਹੁੰਦਾ, ਤਾਂ ਫਿਰ 2022 ਵੀ ਕੱਲ ਨੂੰ ਸਿਰ ਤੇ ਖੜਾ। ਐਸੇ 'ਚ ਘੱਟੋ ਘੱਟ ਪੰਜਾਬ ਦੀ ਲੀਡਰਸ਼ਿਪ ਨੂੰ ਤੇ ਐਫਰਟ ਕਰਨੇ ਚਾਹੀਦੇ ਆ। ਪੰਜਾਬ ਦੀ ਲੀਡਰਸ਼ਿਪ ਕੋਸ਼ਿਸ਼ ਕਰ ਰਹੀ, ਮੇਰੀ ਬੇਨਤੀ ਸੁਣ ਜੀ। ਪੰਜਾਬ ਦੀ ਲੀਡਰਸ਼ਿਪ ਬੜੀ ਸੰਜੀਦਾ ਹੈ, ਚਾਹੁੰਦੀ ਹੈ ਵੀ ਕਿਸਾਨਾਂ ਦੇ ਮਸਲੇ ਹੱਲ ਕਰਦੀ ਹੈ ਬਹਿ ਕੇ। ਮੇਰੀ ਛੋਟੀ ਜਿਹੀ ਬੇਨਤੀ ਹੈ, ਸਾਡੇ ਪ੍ਰਧਾਨ ਜੀ ਇੱਕ ਮੀਟਿੰਗ ਕਰਕੇ ਆਉਂਦੇ ਆ, ਚੁਲਾਂਗ ਦਾ ਟੋਲ ਪਲਾਜ਼ਾ ਟਾਂਡੇ ਦੇ ਕੋਲ ਆ ਕੇ ਉੱਥੇ ਹਮਲਾਵਰ ਕਰਦੇ, ਕੁਝ ਗੁੰਡੇ ਹਮਲਾਵਰ ਕਰਦੇ ਆ ਤੇ ਨਾਲ ਲਾਉਂਦੇ ਆ ਕਿਸਾਨਾਂ ਦਾ। ਮੇਰੀ ਬੇਨਤੀ ਹੈ ਵੀ ਕਿਸਾਨ ਕਦੀ ਵੀ ਐਗਰੈਸਿਵ ਨਹੀਂ ਹੋ ਸਕਦਾ, ਕਿਸਾਨ ਕਦੀ ਹਮਲਾ ਨਹੀਂ ਕਰ ਸਕਦਾ। ਇਹ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਅੱਜ ਪੰਜਾਬ ਵਿੱਚ ਇਹਨਾਂ ਜੁੜੀਆਂ, ਉਹ ਸਾਰੀਆਂ ਕਿਸਾਨਾਂ ਨੂੰ ਬਦਨਾਮ ਕਰਨਾ ਚਾਹੁੰਦੀਆਂ ਔਰ ਆਪਣੀ ਰੋਟੀਆਂ ਸੇਵੀਆਂ ਇਲੈਕਸ਼ਨ ਦੀਆਂ। ਤੁਸੀਂ ਪੋਲੀਟੀਕਲ ਪਾਰਟੀਆਂ ਨੂੰ ਛੱਡੋ, ਤੁਸੀਂ ਕਿਸਾਨਾਂ ਦਾ ਮਸਲਾ ਹੱਲ ਕਰਦੇ ਹੋ ਨਾ, ਤੁਸੀਂ ਛੱਡੋ ਪੋਲੀਟੀਕਲ ਪਾਰਟੀਆਂ ਨੂੰ। ਮੇਰੀ ਬੇਨਤੀ ਸੁਣ ਲਓ ਨਾ, ਜੇ ਚਾਹਦੀ ਹੈ ਪੋਲੀਟੀਕਲ ਮਸਲਾ ਹੱਲ ਕਰਨਾ, ਕਿਸਾਨਾਂ ਦਾ ਮਸਲਾ ਹੱਲ ਕਰਨਾ, ਤੇ ਮੋਦੀ ਸਾਹਿਬ ਜਾਂਦੀ ਕਿਉਂ ਨਹੀਂ? ਦਿੱਲੀ ਕਿਉਂ ਨਹੀਂ ਜਾਂਦੀ? ਗੱਲ ਕਿਉਂ ਨਹੀਂ ਕਰਦੇ? ਵਿਧਾਨ ਸਭਾ 'ਚ ਕੀ ਕਰਦੇ ਆ? ਐਡੇ ਸਸਤੀ ਨਾਲ ਗੱਲ ਕਰਨ ਜਾ ਸਰਕਾਰ ਤੇ ਦਬਾਅ ਪਾਉਣ ਜਾ ਕੇ ਤਾਂ ਅਸੀਂ ਪੰਜਾਬ 'ਚੋਂ ਆ, ਸਾਡੀ ਗੱਲ ਸੁਣੋ। ਕਿਆ ਮੋਦੀ ਸਾਹਿਬ ਗੱਲ ਨਹੀਂ ਸੁਣਨਗੇ, ਫੈਸਲਾ ਨਹੀਂ ਕਰਨਗੇ? ਇਹਨਾਂ ਦਾ ਮਸਲਾ ਹੈ ਕਿ ਅਸੀਂ ਮੋਦੀ ਸਾਹਿਬ ਨੂੰ ਜਾਈਏ ਨਾ, ਦਿੱਲੀ ਜਾਈਏ ਨਾ, ਇੱਥੇ ਵਿਧਾਨ ਸਭਾ ਪਾਸ ਕਰਕੇ ਅਸੀਂ ਕਹਿੰਦੇ ਮੋਦੀ ਨਹੀਂ ਮੰਨਦਾ ਜੀ, ਬੀਜੇਪੀ ਸਰਕਾਰ ਨਹੀਂ ਮੰਨਦੀ, ਉਹ ਜੋ ਕਰੇ ਉਹੀ ਕਰੇਗਾ। ਇਹ ਸਭ ਆਪਣੇ ਪੋਲੀਟੀਕਲ ਗਰਾਊਂਡ ਲੱਭਣ ਦੀਆਂ। 2022 ਦਾ ਇਲੈਕਸ਼ਨ ਦੇਖ ਰਹੀ ਆ, ਇਹਨਾਂ ਨੂੰ ਕਿਸਾਨਾਂ ਨਾਲ ਕੋਈ ਪਿਆਰ ਨਹੀਂ। ਜੇ ਕਿਸਾਨਾਂ ਨਾਲ ਪਿਆਰ, ਅਸੀਂ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ, ਪੂਰਾ ਯਕੀਨ ਹੈ ਇਹਦਾ ਕੋਈ ਨਾ ਕੋਈ ਹੱਲ ਛੇਤੀ ਨਿਕਲ ਜਾਏਗਾ। ਮੋਦੀ ਸਾਹਿਬ ਬਦਲਾਵ ਦੀ ਜ਼ਰੂਰਤ ਹੈ ਕਿ ਦੇਖੋ, ਮੈਂ ਨਹੀਂ ਸਮਝਦਾ, ਲੇਕਿਨ ਜੇ ਕੋਈ ਕਿਸਾਨ ਚਾਹੁੰਦੇ ਬਦਲਾਅ ਹੋਵੇ ਤੇ ਮੇਰੀ ਬੇਨਤੀ ਹੋਣਾ ਚਾਹੀਦਾ, ਕਿਉਂਕਿ ਕਿਸਾਨ ਦੀ ਸੈਟੀਸਫੈਕਸ਼ਨ ਬਹੁਤ ਜ਼ਰੂਰੀ ਹੈ। ਔਰ ਪੰਜਾਬ ਦਾ ਕਿਸਾਨ ਐਸਾ ਜਿਹੜਾ ਦੇਸ਼ ਦਾ ਪੇਟ ਭਰਿਆ, ਉਹ ਖੁਸ਼ਹਾਲ ਹੋ ਚਾਹੀਦਾ ਔਰ ਸਾਡੀ ਜ਼ਿੰਮੇਵਾਰੀ ਬਣਦੀ ਸੈਂਟਰ ਗਵਰਨਮੈਂਟ ਦੀ ਖੁਸ਼ਹਾਲ ਕਰੀ। ਚਲੋ ਗੱਲਬਾਤ ਕਰੋ, ਤਿਆਰ ਜਿਹੜੀ ਗੱਲ ਤੁਸੀਂ ਕੀਤੀ ਹੈ, ਕੈਪਟਨ ਸੰਦੀਪ ਸੰਧੂ ਤੇ ਸਾਡੇ ਨਾਲ ਨਹੀਂ ਨੇ, ਪਰ ਅਕਾਲੀ ਦਲ ਤੋਂ ਮੈਂ ਇਹ ਸਵਾਲ ਜ਼ਰੂਰ ਪੁੱਛ ਸਕਦਾ। ਸੁਖੀ ਜੀ, ਬੇਸਿਕਲੀ ਸਵਾਲ ਇਹ ਪਹਿਲਾਂ ਵੀ ਉੱਠਦਾ ਰਿਹਾ ਜਦੋਂ ਤੁਸੀਂ ਵੀ ਰਾਜਪਾਲ ਦਾ ਘਿਰਾਓ ਕਰਨ ਆਏ ਸੀ ਚੰਡੀਗੜ੍ਹ। ਉਸ ਤੋਂ ਬਾਅਦ ਅਕਾਲੀ ਦਲ ਨੇ ਟਰੈਕਟਰ ਰੈਲੀਆਂ ਜਿਹੜੀਆਂ ਸੀ ਉਹ ਚਲਾਈਆਂ,
ਜਾਂ ਜਦੋਂ ਕਿਸਾਨਾਂ ਦੇ ਪ੍ਰੋਟੈਸਟ ਸੀ ਪੈਰਲਲ, ਉੱਥੇ ਅਕਾਲੀ ਦਲ ਨੇ ਵੀ ਆਪਣੇ ਪ੍ਰੋਗਰਾਮ ਉਲੀਕੇ। ਸਵਾਲ ਉਦੋਂ ਵੀ ਇਹੀ ਉੱਠਦੇ ਰਹੇ ਨੇ ਕਿ ਤੁਸੀਂ ਚੰਡੀਗੜ੍ਹ ਦੇ ਆਸ-ਪਾਸ ਕਿਉਂ ਘੁੰਮਦੇ ਫਿਰਦੇ ਹੋ, ਜਾਂ ਸਟੇਟ ਗਵਰਨਮੈਂਟ ਤੱਕ ਹੀ ਫੋਕਸ ਕਿਉਂ ਹੈ? ਸਟੇਟ ਗਵਰਨਮੈਂਟ ਬਿੱਲ ਲਿਆਊਗੀ ਨਹੀਂ ਲਿਆਊਗੀ, ਠੀਕ ਹੈ, ਉਹ ਆਪਣੀ ਜਗ੍ਹਾ ਹੈ, ਪਰ ਜੇ ਇੱਕ ਪ੍ਰੋਟੈਸਟ ਕਰਨਾ ਹੈ, ਪੋਲੀਟੀਕਲ ਤੌਰ ਤੇ ਵੀ, ਸਿਆਸੀ ਤਰੀਕੇ ਨਾਲ ਵੀ ਦਬਾਅ ਬਣਾਉਣਾ, ਤਾਂ ਫਿਰ ਦਿੱਲੀ ਜਾ ਕੇ ਕਿਉਂ ਨਾ ਬਣਾਇਆ ਜਾਵੇ? ਕਿਉਂਕਿ ਅਸਰ ਤੇ ਫਾਈਨਲੀ ਗੱਲ ਤੇ ਉੱਥੇ ਸੁਣੀ ਜਾਣੀ ਹੈ। ਬਰਾੜ ਸਾਹਿਬ, ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਪ੍ਰੋਟੈਸਟ ਹੋਏ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ, ਉਹ ਪੰਜਾਬ 'ਚ ਵੀ ਹੋਏ ਆ ਔਰ ਦਿੱਲੀ 'ਚ ਵੀ ਹੋਏ ਆ। ਦੇਖੋ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇਹ ਬਾਰ-ਬਾਰ ਕਿਹਾ ਕਿ ਜੋ ਕਿਸਾਨ ਚਾਹਣ ਅਸੀਂ ਉਹਨਾਂ ਦੇ ਪਿੱਛੇ ਲੱਗ ਕੇ ਉਹਨਾਂ ਦੇ ਨਾਲ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਜਿਹੜੀ ਆ ਕਿਸਾਨ ਆ। ਮੈਂ ਸਾਡੇ ਬੜੇ ਸੀਨੀਅਰ ਸ਼ਾਕਰ ਸਾਹਿਬ ਲੀਡਰ ਨੇ ਰਹੇ ਨੇ, ਮੈਨੂੰ ਇੱਕੋ ਹੀ ਬੇਨਤੀ ਕਰਨੀ ਚਾਹੁੰਦਾ ਕਿ ਜੇ ਤੁਸੀਂ ਪੰਜਾਬ ਦੇ ਭਲੇ ਲਈ ਹੋ, ਤੁਸੀਂ ਚਾਹੁੰਦੇ ਹੋ ਕਿ ਮੋਦੀ ਸਰਕਾਰ ਕਿਸਾਨਾਂ ਦਾ ਭਲਾ ਕਰੇ, ਤਾਂ ਇਹ ਕਿਸਾਨ ਜਥੇਬੰਦੀਆਂ ਨੂੰ, ਦੂਸਰੀ ਪੋਲੀਟੀਕਲ ਪਾਰਟੀਆਂ ਨੂੰ ਨਾਲ ਲੈ ਕੇ ਉੱਥੇ ਕਿਉਂ ਨਹੀਂ ਮੋਦੀ ਸਾਹਿਬ ਨੂੰ ਮਿਲਾਉਂਦੇ, ਤਾਂ ਕਿ ਅਸੀਂ ਮੋਦੀ ਸਾਹਿਬ ਨੂੰ ਇਹ ਕਨਵਿੰਸ ਕਰਾ ਸਕੀਏ ਸਾਰੇ ਹੀ ਕਿ ਜਿਹੜਾ ਤੁਸੀਂ ਕਹਿੰਦੇ ਹੋ ਇਹ ਬਿੱਲ ਜਿਹੜੇ ਕਿਸਾਨਾਂ ਦੇ ਹੱਕ 'ਚ ਆ, ਜੇਕਰ ਅਸੀਂ ਇਕੱਠੇ ਹੋ ਕੇ ਜਾਈਏ ਇਹ ਸਮਝਾਉਣ, ਤਾਂ ਉਹ ਕਹਿੰਦੇ ਇਹ ਕਿਸਾਨਾਂ ਦੇ ਹੱਕ 'ਚ ਨਹੀਂ, ਇਹ ਕਿਸਾਨ ਮਾਰੂ ਬਿੱਲ ਹੈ, ਕਿਉਂਕਿ ਇਹਨਾਂ ਨੇ MSP ਬੰਦ ਕਰ ਦੇਣੀ ਹੈ। ਇਹਨਾਂ ਨੇ ਜਿਹੜੇ ਪੰਜਾਬ ਦੇ ਅੰਦਰ, ਕਿਉਂਕਿ ਜਿੱਦਾਂ ਕਾਂਗਰਸ ਕਰਦੀ ਆ, ਕਾਂਗਰਸ ਸਦਾ ਹੀ ਡਬਲ ਚਾਰਜ ਚੱਲਦੀ ਆ। ਆਪ 2017 ਦੇ ਵਿੱਚ ਉਹਨੇ ਇੱਥੇ ਪਾਸ ਕੀਤਾ ਬਿੱਲ, ਇਹ ਸੇਮ ਸਿਮਿਲਰ ਬਿੱਲ 2017 ਦੇ ਵਿੱਚ ਪੰਜਾਬ ਵਿਧਾਨ ਸਭਾ 'ਚ ਪਾਸ ਹੋਇਆ। ਅੱਜ ਕਹਿੰਦਾ ਬਲ ਇਹਨਾਂ ਦੇ ਜਿਹੜੇ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹੀ ਬਿੱਲ ਸੀ, ਔਰ ਰਾਹੁਲ ਗਾਂਧੀ ਨੇ ਉਹਨਾਂ ਨੇ ਵੀ ਇਹੀ ਕੀਤਾ। ਅਸੀਂ ਇਹੀ ਬੇਨਤੀ ਕਰਨਾ ਹੈ, ਇਸ ਵੇਲੇ ਤਾਂ ਸੁੱਖੀ ਜੀ ਸਟੇਟ ਪੋਲਿਟਿਕਸ ਦਾ ਮੁੱਦਾ ਨਹੀਂ ਹੈ ਨਾ, ਇਸ ਵੇਲੇ ਤਾਂ ਸਟੇਟ ਵਰਸਸ ਸੈਂਟਰਲ ਪਾਰਟੀ ਜਿਹੜੀ ਮਰਜ਼ੀ ਹੋਵੇ। ਸ਼੍ਰੋਮਣੀ ਅਕਾਲੀ ਦਲ ਦਾ ਕਲੀਅਰ ਸਟੈਂਡ ਹੈ ਵੀ ਜੋ ਕਿਸਾਨ ਚਾਹੁੰਦਾ, ਜੋ ਉਹਦੇ ਹੱਕ 'ਚ ਆ, ਜੋ ਉਹਨੂੰ ਸ਼ੰਕੇ ਆ, ਉਹ ਦੂਰ ਕੀਤੇ ਜਾਣ। ਸ਼੍ਰੋਮਣੀ ਅਕਾਲੀ ਉਹਨਾਂ ਦੀ ਬੈਕ ਤੇ ਖੜਾ 24 ਘੰਟੇ ਖੜਾ, ਕਿਉਂਕਿ ਬਲਜਿੰਦਰ ਕੌਰ ਜੀ ਠੀਕ ਹੈ ਸੁੱਖੀ ਜੀ, ਮੈਂ ਦੁਬਾਰਾ ਆਉਣਾ ਹੈ। ਬਲਜਿੰਦਰ ਕੌਰ ਜੀ ਤੋਂ ਮੈਂ ਇੱਕ ਸਵਾਲ ਲੈਣਾ ਹੈ, ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ ਆ। ਬਲਜਿੰਦਰ ਜੀ, ਇਸ ਵੇਲੇ ਗੱਲ ਬਹੁਤ ਸਾਰੇ ਮੁੱਦੇ ਜਿਹੜੇ ਹੈਗੇ ਨੇ, ਬਹੁਤ ਸਾਰੇ ਪੁਆਇੰਟ ਨੇ, ਉੱਥੋਂ ਉੱਠ ਰਹੀ ਹੈ ਗੱਲ, ਭਾਵੇਂ ਦਿੱਲੀ ਜਾਣ ਦੀ ਹੋਵੇ, ਪ੍ਰੋਟੈਸਟ ਕਰਨ ਦੀ ਹੋਵੇ, ਕਿਸ ਤਰੀਕੇ ਨਾਲ ਸਰਕਾਰ ਮਤਾ ਲਿਆਉਂਦੀ ਹੈ ਜਾਂ ਬਿੱਲ ਲਿਆਉਂਦੀ ਹੈ, ਮੁੱਦਾ ਇੱਕੋ ਹੀ ਹੈ, ਸਟੇਟ ਵਰਸਸ ਸੈਂਟਰ। ਔਰ ਉਹਦੇ ਵਿੱਚ ਇੱਕ ਸਿਆਸੀ ਦਬਾਅ ਜਿਹੜਾ ਹੈ ਉਹ ਆਪਣੇ ਵੱਖਰੇ ਤਰੀਕੇ ਨਾਲ ਕੰਮ ਕਰਦਾ ਹੈ। ਕਿਸਾਨ ਜਥੇਬੰਦੀਆਂ ਜਿੰਨਾ ਮਰਜ਼ੀ ਪ੍ਰੋਟੈਸਟ ਕਰੀ ਜਾਣ, ਉਹ ਆਪਣੇ ਤਰੀਕੇ ਨਾਲ ਕਰ ਰਹੀਆਂ, ਠੀਕ ਹੈ, ਉਹ ਪ੍ਰੋਟੈਸਟ ਕਾਫੀ ਵੱਡਾ ਵੀ ਹੋ ਗਿਆ, ਉਹਨੂੰ ਸਪੋਰਟ ਵੀ ਮਿਲ ਰਹੀ ਹੈ, ਆਮ ਪਬਲਿਕ ਵੀ ਉਸ ਦੇ ਵਿੱਚ ਜੁੜੀ ਹੈ। ਪਰ ਸਿਆਸੀ ਪਾਰਟੀਆਂ ਦਾ ਜਿਹੜਾ ਰੋਲ ਹੈ ਉਹ ਇੱਥੇ ਆ ਕੇ ਬਹੁਤ ਇੰਪੋਰਟੈਂਟ ਹੋ ਜਾਂਦਾ ਹੈ। ਕੇਂਦਰ ਦੇ ਵਿੱਚ, ਸੱਤਾ ਦੇ ਵਿੱਚ ਪਾਰਟੀਆਂ ਨੇ, ਉਹਨਾਂ ਨੂੰ ਸੋਚਣ ਦੇ ਲਈ ਮਜਬੂਰ ਹੋਣਾ ਪੈਂਦਾ। ਬਿਲਕੁਲ, ਉਹ ਮੈਨੂੰ ਸੁਖੀ ਜੀ ਦੀ ਆਵਾਜ਼ ਬਿਲਕੁਲ ਨਹੀਂ ਸੁਣੀ ਸੀਗੀ ਕਿ ਉਹ ਕੀ ਇੱਥੇ ਜਿਹੜੀ ਆਪਣੀ ਗੱਲਬਾਤ ਕਰਕੇ ਗਏ ਨੇ, ਕਿਉਂਕਿ ਆਵਾਜ਼ ਜਿਹੜੀ ਆ ਉਹ ਟੁੱਟ ਰਹੀ ਸੀਗੀ। ਪਰ ਮੈਂ ਇੱਕ ਸ਼ਾਕਰ ਸਾਹਿਬ ਜਿਹੜੀ ਗੱਲ ਕਰ ਰਹੇ ਸੀਗੇ ਵੀ ਪੋਲੀਟੀਕਲ ਪਾਰਟੀਆਂ ਨੂੰ ਸ਼ਾਇਦ ਟਾਈਮ ਲੱਗਿਆ ਜਾਂ ਫਿਰ ਇਹ ਦਾ ਲਾ ਰਹੇ ਨੇ ਜਾਂ ਪੋਲਿਟਿਕਸ ਕਰ ਰਹੇ ਨੇ, ਮੈਂ ਤਾਂ ਬਿਲਕੁਲ ਇਸ ਗੱਲ ਨੂੰ ਸਪਸ਼ਟ ਕਰ ਰਹੀ ਹਾਂ ਬਈ ਤਿੰਨੋਂ, ਚਾਹੇ ਉਹ ਮੋਦੀ ਸਰਕਾਰ ਹੈ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਉਹ ਕਾਂਗਰਸ ਆ, ਤਿੰਨੋਂ ਰਲ ਕੇ ਜਿਹੜੀਆਂ ਨੇ ਇਸ ਵੇਲੇ ਪੋਲਿਟਿਕਸ ਕਰ ਰਹੀਆਂ ਨੇ। ਔਰ ਜੇ ਕਿਸੇ ਜ਼ਰੂਰਤ ਆ ਤਾਂ ਮੈਂ ਤਾਂ ਇੱਥੋਂ ਤੱਕ ਵੀ ਕਿਹਾ ਕਿ ਕਿਸਾਨਾਂ ਦੇ ਨਾਲ ਜਾ ਕੇ ਧਰਨਿਆਂ 'ਚ ਬੈਠੋ। ਫਿਰ ਇਹਨਾਂ ਨੇ ਇੱਕ ਗੱਲ ਦਾ ਹੋਰ ਜ਼ਿਕਰ ਕੀਤਾ ਬਈ ਇਸ ਵੇਲੇ ਮਤਲਬ ਪੋਲੀਟੀਕਲ ਪਾਰਟੀਆਂ ਲੱਗੀਆਂ ਹੋਈਆਂ ਨੇ ਕਿ ਜਿਹੜਾ ਮਾਹੌਲ ਖਰਾਬ ਕੀਤਾ ਜਾਵੇ। ਆਮ ਆਦਮੀ ਪਾਰਟੀ ਕਦੇ ਵੀ ਇਸ ਗੱਲ 'ਚ ਬਿਲੀਵ ਨਹੀਂ ਕਰਦੀ ਕਿ ਅਸੀਂ ਕਿਸੇ ਕਿਸਮ ਦਾ ਕੋਈ ਮਾਹੌਲ ਖਰਾਬ ਕਰੀਏ ਜਾਂ ਕਿਸਾਨਾਂ ਨੂੰ ਭੜਕਾਈਏ। ਇੱਕ ਗੱਲ ਜ਼ਰੂਰ ਕਹਿੰਦੇ ਆ ਕਿ ਬਤੌਰ ਕਿਸਾਨਾਂ ਦੇ ਧੀਆਂ ਪੁੱਤ ਹੋਣ ਦੇ ਨਾਤੇ ਸਾਡਾ ਫਰਜ਼ ਜ਼ਰੂਰ ਬਣਦਾ ਆ ਕਿ ਜਿਹੜੇ ਦਿਨ ਰਾਤ ਸੜਕਾਂ ਤੇ ਕਿਸਾਨ ਬੈਠੇ ਨੇ ਤੇ ਜਿਨ੍ਹਾਂ ਨੇ ਚੁਣ ਕੇ ਸਾਨੂੰ ਹਾਊਸ ਦੀ ਨੁਮਾਇੰਦਗੀ ਕਰਨ ਲਈ ਭੇਜਿਆ, 1.5 ਲੱਖ ਲੋਕਾਂ ਨੇ, ਉਹਨਾਂ ਦੀ ਨੁਮਾਇੰਦਗੀ ਲਈ ਅੱਜ ਅਸੀਂ ਇੱਥੇ ਬੈਠੇ ਆ। ਤਾਂ ਜਿੱਥੇ ਵੱਡੇ ਰਾਹੁਲ ਗਾਂਧੀ ਜੀ ਬਿਆਨ ਦਿੰਦੇ ਸੀਗੇ ਸਾਡੀ ਪੰਜਾਬ ਵਿਧਾਨ ਸਭਾ ਮਤਾ ਪਾਸ ਕਰੂਗੀ, ਅਸੀਂ ਜਿਹੜਾ ਆ ਮਤਾ ਪਾਸ ਕਰਕੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਖੜੇ ਹੋਵਾਂਗੇ, ਤੇ ਅੱਜ ਉਹ ਕਿੱਥੇ ਨੇ? ਅੱਜ ਨੂੰ ਪੁੱਛਣਾ ਚਾਹੁੰਦੀ ਹਾਂ ਮੀਡੀਆ ਦੇ ਜ਼ਰੀਏ ਕਿ ਅੱਜ ਉਹ ਬਿੱਲ ਤਾਂ ਸਾਡੇ ਟੇਬਲ ਤੇ ਰੱਖ ਦਿਓ, ਜਿਹੜੇ ਮਕਸਦ ਲਈ ਸਾਨੂੰ ਇੱਥੇ ਬੁਲਾਇਆ ਸਾਡਾ ਮਕਸਦ ਤਾਂ ਪੂਰਾ ਹੋਣ ਦਿਓ, ਸਾਨੂੰ ਡਿਬੇਟ 'ਚ ਪਾਰਟਿਸਿਪੇਟ ਤਾਂ ਕਰਨ ਦਿਓ। ਚਲੋ ਇੰਨਾ ਦੱਸ ਦਿਓ, ਬਸ ਇੱਕ ਆਖਰੀ ਜਵਾਬ ਇੰਨਾ ਦੱਸ ਦਿਓ ਵੀ ਜਿਹੜੀ ਆ ਹੁਣ ਤਸਵੀਰ ਤੁਹਾਡੇ ਪਿੱਛੇ ਨਜ਼ਰ ਆ ਰਹੀ ਹੈ, ਵਿਧਾਨ ਸਭਾ ਦੀਆਂ ਕੁਰਸੀਆਂ ਦਿਸ ਰਹੀਆਂ ਨੇ, ਉਹ ਤੇ ਸਪਸ਼ਟ ਕਰ ਗਏ ਨੇ ਕਿ ਕੋਈ ਕਾਪੀ ਨਹੀਂ ਮਿਲੇਗੀ। ਸੋ ਤੁਹਾਡੀ ਰਣਨੀਤੀ ਕੀ ਹੈ? ਅਸੀਂ
ਬਿਲਕੁਲ ਡਟੇ ਰਹਾਂਗੇ। ਦੇਖੋ ਜਿਹੜੇ ਮਕਸਦ ਲਈ ਅਸੀਂ ਆਏ ਆ, ਜਿਹੜੇ ਮਕਸਦ ਲਈ ਵਿਧਾਨ ਸਭਾ ਸੈਸ਼ਨ ਬੁਲਾਇਆ, ਖਾਸ ਕਰਕੇ ਇਸ ਟਾਈਮ 'ਚ ਜਦੋਂ ਪੂਰਾ ਪੰਜਾਬ ਜਿਹੜਾ ਧਰਨਿਆਂ ਤੇ ਬੈਠਾ, ਰੋਸ ਪ੍ਰਦਰਸ਼ਨ ਤੇ ਬੈਠਾ, ਜੇ ਉਹਨਾਂ ਦੀ ਆਵਾਜ਼ ਬਣ ਕੇ ਆਇਆ, ਤਾਂ ਅੱਜ ਅਸੀਂ ਡਟੇ ਹੋਏ ਆ। ਕਿਸਾਨਾਂ ਦੇ ਧੀਆਂ ਪੁੱਤ ਹੋਣ ਦੇ ਨਾਤੇ ਸਾਡੀ ਡਿਊਟੀ ਬਣਦੀ ਹੈ, ਸਾਡਾ ਇਹ ਫਰਜ਼ ਬਣਦਾ ਆ। ਠੀਕ ਹੈ, ਠੀਕ, ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ, ਇਸ ਤੇ ਗੱਲਬਾਤ ਕਰਨ ਦੇ ਲਈ। ਆਮ ਆਦਮੀ ਪਾਰਟੀ ਹਲੇ ਵੀ ਵਿਧਾਨ ਸਭਾ ਦੇ ਅੰਦਰ ਸਦਨ ਦੇ ਅੰਦਰ ਡਟੀ ਹੋਈ ਹੈ ਕਿ ਬਿੱਲ ਦੀ ਕਾਪੀ ਉਹਨਾਂ ਨੂੰ ਜ਼ਰੂਰੀ ਚਾਹੀਦੀ ਹੈ, ਚਾਹੇ ਮਤਾ ਹੋਵੇ, ਬਿੱਲ ਹੋਵੇ, ਜੋ ਵੀ। ਪਰ ਸਰਕਾਰ ਨੇ ਹਾਲੇ ਸਪਸ਼ਟ ਨਹੀਂ ਕੀਤਾ ਕਿ ਉਹ ਮਤਾ ਲੈ ਕੇ ਆਉਣਗੇ ਜਾਂ ਬਿੱਲ ਲੈ ਕੇ ਆਉਣਗੇ, ਕੀ ਉਸ ਦੀ ਰੂਪਰੇਖਾ ਹੋਏਗੀ, ਕੀ ਉਸ ਦੀ ਬਣਤਰ ਹੋਏਗੀ, ਇਹ ਕੱਲ ਹੀ ਸਪਸ਼ਟ ਹੋ ਪਾਏਗਾ। ਸਾਰੇ ਮਹਿਮਾਨਾਂ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਂਦੇ ਹਾਂ।